ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ। ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਨ ਕੋ ਜਾਤ ਨਿਵਾਰੇ। ਪਾਰੀ ਪੂਧਾਨ ਕੇ ਭੂਪ ਪਹਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ। एते भय तो कहाँ भय भूपत, अंत को नागे ही पाए पधारे। पारी पूधान के भूप पली बिद, न्यावत शीस ना जात विचारे। एते भय तो कहाँ भय भूपत, अंत को नागे ही पाए पधारे। वाहिगुरु जी का खालसा, वाहिगुरु जी की फतेह। सतगुरु छतर चबर तखत दे मालिक सच्चे पातशाह जी श्री गुरु ग्रंथ साहिब महाराज जी दे पावन पवित्र चरना अंदर सुभाईमान गुरु रूप साध संगत जीओ। आप जी ने गुरु कलगीधर पातशाह जी दे मुखार बिंद तो उचारण कीती हुई अमृत बाणी तव प्रसाद सवैये। दूसरा सवैया श्रवण कीता है। सतगुरां ने इस पावन सवैये अंदर इस संसार दी असलीयत सच कि इस धरती ते कोई मनुख पदार्थक तौर ते भावें किन्ना भी महान क्यों ना होवे, जिहदे कोल सफ़र करन वास्ते बहुत सारे साधन ने, कोई कमी नहीं, जिहदे अगे बड़े बड़े वड्डी गिनती विच लोग झुकदे ने। सतगुरु ने कहा कि ये सब कुछ ਹੁੰਦਿਆਂ भी जे कोई मनुख इन्नी महानता ਨੂੰ प्राप्त कर भी लवे, ਕਹਿੰਦੇ ਅਸਲੀਅਤ ਇਹ ਹੈ कि इस धरती तो ਜਦੋਂ जीव वापस मुड़दा है, अपना समा हंडा के अपनी उम्र हंडा के इस जिस्म ਨੂੰ ਛੱਡਦਾ है, इस देह ਨੂੰ ਛੱਡਦਾ है, ਤੇ ਇੱਥੇ ਜਿੰਨੇ ਵੀ ਉਹਦੇ ਕੋਲ ਸਾਧਨ ਨੇ, ਸਮੱਗਰੀ ਹੈ, ਪਦਾਰਥ ਹੈ, ਉਹਨਾਂ ਵਿੱਚੋਂ ਇੱਕ ਤਿਨਕਾ ਵੀ ਉਹਦੇ ਨਾਲ ਨਹੀਂ ਜਾਂਦਾ, ਕੁਛ ਵੀ ਉਹਦੇ ਨਾਲ ਨਹੀਂ। ਇਸ ਭਾਵਨਾ ਨੂੰ ਪਰਪੱਕ ਕਰਨ ਵਾਸਤੇ ਇਹਨੂੰ ਕਹਿੰਦੇ ਨੇ ਵਿਰਾਗਮਈ ਦ੍ਰਿਸ਼ਟੀ। ਇੱਕ ਜੀਵਨ ਹੈ ਮੋਹ ਵਾਲਾ, ਪਕੜ ਵਾਲਾ, ਜਿਹਦੇ ਨਾਲ ਸੰਸਾਰ ਨੂੰ ਸੱਚ ਕਰਕੇ ਪ੍ਰਤੀਤ ਕਰੀਦਾ ਹੈ ਕਿ ਇਹ ਜਿਵੇਂ ਦਾ ਹੁਣ ਹੈ ਇਸੇ ਤਰ੍ਹਾਂ ਹੀ ਕਾਇਮ ਰਹੇਗਾ। ਚਲੋ ਜੇ ਇੱਕ ਗੱਲ ਨੂੰ ਮੰਨਿਆ ਜਾਏ ਵੀ ਸੰਸਾਰ ਤੇ ਕਾਇਮ ਰਹੇਗਾ, ਕੁਛ ਇਹਦੀ ਵੀ ਕੋਈ ਹੱਦ ਹੈ। ਪਦਾਰਥ ਜੇ ਕਾਇਮ ਰਵੇ ਵੀ ਤੇ ਜਿੰਨੇ ਵੀ ਸਾਧਨ ਔਰ ਪਦਾਰਥ ਨੇ ਉਹ ਸਾਡੇ ਸਰੀਰ ਕਰਕੇ ਹੀ ਸਾਨੂੰ ਕੰਮ ਦੇ ਸਕਦੇ ਨੇ, ਜਿੰਨਾ ਚਿਰ ਸਾਡੀ ਦੇਹ ਚੱਲਦੀ ਹੈ।
ਜਿੰਨਾ ਚਿਰ ਸਾਡਾ ਸਰੀਰ ਚੱਲਦਾ ਹੈ ਓਨਾ ਸਮਾਂ ਹੀ ਉਹ ਪਦਾਰਥਾਂ ਨਾਲ ਸਾਡਾ ਸੰਬੰਧ ਰਹੇਗਾ, ਕਿਉਂਕਿ ਇਹ ਮਾਧਿਅਮ ਹੈ ਸੰਸਾਰ ਦੇ ਨਾਲ ਜੁੜਨ ਦਾ, ਸੰਪਰਕ ਕਰਨ ਦਾ ਤਰੀਕਾ ਹੈ। ਤੇ ਦੇਹ ਜਿਹੜੀ ਹੈ, ਸਰੀਰ ਜਿਹੜਾ ਹੈ, ਤਨ ਜੋ ਹੈ, ਇਹਦੀ ਇੱਕ ਸੀਮਾ ਹੈ, ਇਹਦੀ ਇੱਕ ਹੱਦ ਹੈ, ਇਹਦਾ ਵਕਤ ਮਿਥਿਆ ਗਿਆ, ਇਹਦਾ ਜਨਮ ਹੋਇਆ, ਇਹਦੀ ਉਮਰ ਅੱਗੇ ਲੰਘਦੀ ਜਾ ਰਹੀ ਹੈ। ਇੱਕ ਇੱਕ ਸਵਾਸ ਕਰਕੇ ਇਹਦੇ ਅੰਦਰੋਂ ਜੀਵਨ ਬਾਹਰ ਨੂੰ ਨਿਕਲਦਾ ਜਾ ਰਿਹਾ ਹੈ, ਔਰ ਅਸੀਂ ਲਗਾਤਾਰ ਨਿਰੰਤਰ ਬਿਨਾਂ ਕਿਸੇ ਯਤਨ ਦੇ, ਬਿਨਾਂ ਕੁਝ ਕਰਨ ਤੋਂ, ਕੁਝ ਨਹੀਂ ਇਹਦੇ ਵਾਸਤੇ ਕਰਨਾ ਪੈਂਦਾ। ਇੱਕ ਸਾਡੇ ਅੰਦਰ ਕਾਲ, ਜਿਸ ਨੂੰ ਟਾਈਮ ਕਹਿੰਦੇ ਨੇ, ਉਹਦੀ ਸੂਈ ਅਕਾਲ ਪੁਰਖ ਨੇ ਜਨਮ ਵਾਲੇ ਦਿਨ ਫਿੱਟ ਕਰ ਦਿੱਤੀ ਹੈ। ਉਹ ਲਗਾਤਾਰ ਆਪਣਾ ਘੁੰਮੀ ਜਾ ਰਹੀ ਹੈ, ਸਫ਼ਰ ਕਰਦੀ ਜਾ ਰਹੀ ਹੈ, ਅਤੇ ਉਹ ਨਿਰੰਤਰ ਦੌੜ ਕੇ ਭੱਜ ਕੇ ਇਸ ਦੇਹ ਦੀ ਸਮਾਪਤੀ ਵੱਲ ਜਾ ਰਹੀ ਹੈ, ਸਰੀਰ ਦੀ ਮੌਤ ਵੱਲ, ਸਾਡੀ ਮੌਤ ਵੱਲ ਨਹੀਂ। ਜਿੱਥੇ ਮੌਤ ਦੀ ਗੱਲ ਆਈ, ਗੁਰੂ ਸਾਹਿਬ ਨੇ ਕਿਹਾ ਮੌਤ ਤੇਰੇ ਸਰੀਰ ਦੀ ਹੈ, ਤੇਰੀ ਨਹੀਂ। ਤੇਰੀ ਮੌਤ ਹੋਰ ਤਰੀਕੇ ਦੀ, ਪਰ ਇਹ ਸਰੀਰ ਜਦੋਂ ਇਹ ਨਹੀਂ ਤੇ ਫਿਰ ਸੰਸਾਰ ਕਿਵੇਂ? ਔਰ ਇਹ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਮੌਤ ਨਾਲ ਸੰਬੰਧਿਤ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜ਼ਿਆਦਾ, ਜੀਵਨ ਦੇ ਸੰਬੰਧ ਵਿੱਚ ਵੀ ਨੇ। ਕਈ ਵਾਰੀ ਇਹ ਸਵਾਲ ਉੱਠਦਾ ਹੈ ਕਿ ਸੰਸਾਰਿਕ ਮਨੁੱਖ ਤੇ ਜਿਉਣਾ ਲੋੜਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਕੀਤੇ, ਜੀਵਿਆ ਲੋੜੈ ਸਭ ਕੋਏ, ਮੌਤ ਕੌਣ ਮੰਗੇਗਾ, ਸਮਾਪਤੀ ਕੌਣ ਚਾਹੇਗਾ। ਅਰਦਾਸਾਂ ਵੀ ਇਹ ਨੇ, ਆਸ਼ੀਰਵਾਦ ਵੀ ਇਹ ਦਿੱਤੇ ਜਾਂਦੇ ਨੇ, ਉਮਰ ਜਿਹੜੀ ਹੈ ਵੱਡੀ ਹੋਵੇ, ਲੰਬੀ ਹੋ ਜਾਏ। ਫਿਰ ਇਹ ਸ਼ਬਦ ਵਿੱਚ ਕਿਉਂ ਲਿਆਉਣੇ ਪਏ? ਕਿਉਂਕਿ ਜਿੱਦਣ ਦਾ, ਇਹ ਜਦੋਂ ਦਾ ਸੰਸਾਰ ਬਣਾਇਆ ਗਿਆ ਹੈ, ਸਾਰਾ ਸੰਸਾਰ ਮਾਇਆ ਨਾਲ ਬਣਾਇਆ ਗਿਆ ਹੈ, ਕੁਦਰਤ ਜਿਸ ਨੂੰ ਕਹਿੰਦੇ ਨੇ। ਇਹ ਸੰਸਾਰ ਦਾ ਜਿਹੜਾ ਬੰਧ ਨੂੰ ਹੈ, ਜਿਹਦੇ ਨਾਲ ਇਹਦੀ ਬੰਨ੍ਹਿਆ ਗਿਆ ਸੰਸਾਰ ਨੂੰ, ਜਿਹੜਾ ਬੰਧਨ ਪਾਇਆ ਗਿਆ, ਜਿਹਦੇ ਦੁਆਰਾ ਇਹ ਚੱਲ ਰਿਹਾ, ਉਹਨੂੰ ਕਹਿੰਦੇ ਮਾਇਆ। ਕਬੀਰ ਸਾਹਿਬ ਕਹਿੰਦੇ ਨੇ, ਰਹਿ ਨਾ ਮਾਇਆ ਬਾਂਧੀ। ਜਿਹੜੀ ਛੰਨ ਬੱਝੀ ਹੋਈ ਹੈ ਨਾ ਜੀਵਨ ਦੀ, ਇਹ ਬੱਝੀ ਹੋਈ ਹੈ ਮਾਇਆ ਨਾਲ, ਕਿਉਂਕਿ ਮਾਇਆ ਹੀ ਅਕਾਲ ਪੁਰਖ ਵਾਹਿਗੁਰੂ ਨੇ ਪਦਾਰਥ ਬਣਾਇਆ, ਮਟੀਰੀਅਲ ਬਣਾਇਆ, ਦੇਹਾਂ ਬਣਾਈਆਂ, ਰੁੱਖ ਬਣਾਏ, ਬਿਰਖ, ਖਾਣ ਪੀਣ ਦੀਆਂ ਚੀਜ਼ਾਂ ਜ਼ਮੀਨ ਦੇ ਵਿੱਚ ਪਾ ਦਿੱਤੀਆਂ ਬੀਜਾਂ ਦੇ ਰੂਪ ਵਿੱਚ। ਪਵਨ, ਪਾਣੀ, ਅਗਨੀ, ਧਰਤੀ, ਆਕਾਸ਼, ਇਹ ਸਾਰੀਆਂ ਚੀਜ਼ਾਂ ਮਾਇਆ ਦਾ ਸਵਰੂਪ ਨੇ, ਉਸ ਇੱਕ ਤੱਤ ਦੇ ਵਿੱਚੋਂ ਬਾਹਰ ਨਿਕਲੀਆਂ। ਗੁਰੂ ਸਾਹਿਬ ਨੇ ਬਚਨ ਕੀਤੇ, ਕਹਿੰਦੇ ਸਭ ਤੋਂ ਪਹਿਲਾਂ ਉਹਨੇ ਆਪਣੇ ਆਪ ਨੂੰ ਸਾਜਿਆ, ਆਪੀ ਨੇ ਆਪ ਸਾਜਿਓ। ਉਹਦੇ ਤੋਂ ਬਾਅਦ ਉਸਨੇ ਇੱਕ ਚੀਜ਼ ਰਚੀ, ਉਹਨੂੰ ਕਹਿੰਦੇ ਆਪੀ ਨੇ ਰਚਿਓ ਨਾਉ। ਉਹਨੇ ਫਿਰ ਆਪਣੇ ਨਾਮ ਦੀ ਰਚਨਾ ਕੀਤੀ। ਫਿਰ ਉਸ ਨਾਮ ਦੇ ਵਿੱਚੋਂ ਦੋਈ ਕੁਦਰਤ ਸਾਜੀ ਹੈ। ਹੁਣ ਇੱਥੇ ਚੀਜ਼ਾਂ ਤਾਂ ਤਿੰਨ ਨੇ, ਵੇਖੋ। ਪਹਿਲਾਂ ਆਪਣੇ ਆਪ ਨੂੰ ਉਹਨੇ ਆਪ ਸਾਜਿਆ, ਜੋ ਪਹਿਲਾਂ ਹੀ ਸਜਿਆ ਹੋਇਆ ਸੀ, ਪ੍ਰਗਟ ਕੀਤਾ ਉਹਨੇ। ਪਹਿਲਾਂ ਉਹਨੇ ਆਪਣੇ ਆਪ ਨੂੰ ਸਾਜਿਆ, ਫਿਰ ਆਪਣੇ ਵਿੱਚੋਂ ਆਪਣਾ ਨਾਮ ਸਾਜਿਆ ਦੂਜੇ ਨੰਬਰ 'ਤੇ। ਤੀਜੇ ਨੰਬਰ 'ਤੇ ਉਹਨੇ ਕੁਦਰਤ ਬਣਾਈ, ਕੁਦਰਤ ਪੈਦਾ ਕੀਤੀ। ਪਰ ਇੱਥੇ ਸ਼ਬਦ ਦੋਈ ਆਇਆ। ਕਈ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ ਵੀ ਦੂਜੇ ਨੰਬਰ 'ਤੇ ਉਹਨੇ ਕੁਦਰਤ ਬਣਾਈ ਹੈ, ਪਰ ਇੱਥੇ ਦੋਈ ਦਾ ਅਰਥ ਹੈ ਦੁਐਤ, ਦੁਬਦਾ। ਉਸ ਨੇ ਮਨੁੱਖ ਦੇ ਮਨ ਦੇ ਵਿੱਚ, ਮਨ ਦੇ ਜੀਵਨ ਦੇ ਦੋ ਹਿੱਸੇ ਕਰ ਦਿੱਤੇ, ਦੁਐਤ ਬਣਾਈ। ਕਿਉਂਕਿ ਜਿੰਨਾ ਚਿਰ ਦੁਐਤ ਨਹੀਂ ਆਉਂਦੀ ਉਹਨਾਂ ਚਿਰ ਸੰਸਾਰ ਨਹੀਂ ਚੱਲਦਾ। ਦੁਐਤ ਦਾ ਮਤਲਬ ਹੈ ਕਿ ਵਿੱਚ ਇੱਕ ਮਨ ਖੜਾ, ਅਸੀਂ ਕਦੀ ਸੰਸਾਰ ਵੱਲ ਭੱਜੀਏ, ਕਦੀ ਨਿਰੰਕਾਰ ਵੱਲ, ਖਿੱਚ ਬਣੇ ਦੋਵਾਂ ਪਾਸੇ। ਦੋਈ ਦਾ ਅਰਥ ਹੈ ਮਾਇਆ। ਦੋਈ ਕੁਦਰਤ ਸਾਜੀਐ,
ਇਹ ਜਿਹੜੀ ਕੁਦਰਤ ਬਣਾਈ ਹੈ ਇਹ ਦਵੈਤ ਵਿੱਚ ਪੈਦਾ ਕੀਤੀ। ਇਹਦੇ ਵਿੱਚ ਦੋ ਚੀਜ਼ਾਂ ਪਲੱਸ ਕੀਤੀਆਂ ਗਈਆਂ ਨੇ, ਇੱਕ ਨਹੀਂ। ਦੋ ਚੀਜ਼ਾਂ ਤੁਸੀਂ ਧਿਆਨ ਮਾਰ ਕੇ ਵੇਖੋ, ਜਿੱਥੇ ਜਿੱਥੇ ਦੋ ਚੀਜ਼ਾਂ ਨੇ ਉੱਥੇ ਜੀਵਨ ਚੱਲਦਾ ਹੈ। ਜੇ ਇੱਕ ਹੋ ਜਾਏ ਜੀਵਨ ਨਹੀਂ ਚੱਲੇਗਾ। ਸੰਸਾਰ ਨੂੰ ਧਿਆਨ ਨਾਲ ਵੇਖੀਏ, ਦਵੈਤ ਹੈ। ਹਰ ਇੱਕ ਚੀਜ਼ ਦੇ ਵਿੱਚ ਦੋ ਚੀਜ਼ਾਂ ਕੰਮ ਕਰ ਰਹੀਆਂ ਨੇ, ਖਿੱਚ ਬਣੀ ਹੋਈ ਹੈ। ਪਤਝੜ ਬਸੰਤ ਹੈ ਤੇ ਫਿਰ ਪਤਝੜ ਆਏਗੀ, ਪੱਤੇ ਝੜ ਜਾਣਗੇ, ਉਹ ਡਿੱਗਣਗੇ, ਫਿਰ ਬਸੰਤ ਆਵੇਗੀ, ਫਿਰ ਪੱਤੇ ਨਿਕਲਣਗੇ। ਦੋ ਚੀਜ਼ਾਂ ਬਣਾਈਆਂ ਰੁੱਖ ਦੇ ਉੱਪਰ ਵੀ। ਇਸੇ ਤਰ੍ਹਾਂ ਦਿਨ ਤੇ ਰਾਤ ਪੈਦਾ ਕੀਤੇ, ਗਰਮੀ ਤੇ ਠੰਡ ਬਣਾਈ, ਦੁੱਖ ਤੇ ਸੁੱਖ ਬਣਾਏ, ਪ੍ਰੇਮ ਤੇ ਕ੍ਰੋਧ ਬਣਾਇਆ, ਤਿਆਗ ਤੇ ਲੋਭ ਪੈਦਾ ਕੀਤਾ। ਇਹ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਨੇ। ਪਰ ਜਦੋਂ ਇੱਥੇ ਮਨੁੱਖ ਆਉਂਦਾ ਹੈ, ਕਿਉਂਕਿ ਸਾਰਾ ਸੰਸਾਰ ਜਿਹੜਾ ਲੋਭ ਦੀ ਪ੍ਰਵਿਰਤੀ ਨਾਲ ਬਣਿਆ, ਇਹਦਾ ਜਿਹੜਾ ਜੀਵਨ ਹੈ ਸਾਰੇ ਦਾ ਸਾਰਾ ਪਦਾਰਥ ਵਿੱਚ ਵੱਜ ਜਾਂਦਾ ਹੈ। ਬਣਾਇਆ ਦੋ ਚੀਜ਼ਾਂ ਵਿੱਚ ਸੀ, ਜੇ ਦੋ ਵਿੱਚ ਰਹੇ ਤਾਂ ਠੀਕ ਹੈ, ਇਕੱਲੇ ਵਿੱਚ ਨਾ ਹੋਵੇ। ਜੇ ਇੱਕ ਵਿੱਚ ਜਾਣਾ ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ, ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਕਹਿੰਦੇ ਜੇ ਇੱਕ ਹੋਣਾ ਹੀ ਤੇ ਨਾਮ ਨਾਲ ਇੱਕ ਹੋ, ਪਰ ਤੂੰ ਸੰਸਾਰ ਨਾਲ ਇੱਕ ਹੋ ਗਿਆ। ਸੰਸਾਰ ਨਾਲ ਇੱਕ ਨਾ ਹੋ। ਤਿੰਨ ਰਸਤੇ ਨੇ ਜੀਵਨ ਦੇ। ਕੁਝ ਲੋਕ ਐਸੇ ਨੇ ਜਿਹੜੇ ਪਾਣੀ ਨਾਲ ਪਾਣੀ ਨਿਰੰਕਾਰ ਦੇ ਵਿੱਚ ਲੀਨ ਹੋ ਗਏ, ਬੜੇ ਘੱਟ। ਇਹਨਾਂ ਨੂੰ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ, ਪੂਰਨ ਵੈਰਾਗੀ। ਇਹ ਬੜੇ ਥੋੜ੍ਹੇ ਹੁੰਦੇ ਨੇ ਸੰਸਾਰ ਵਿੱਚ, ਕਦੀ ਬਹੁਤੇ ਨਹੀਂ ਹੁੰਦੇ। ਇੱਕ ਦੂਸਰਾ ਤਬਕਾ ਹੈ ਜਿਹੜਾ ਸੰਸਾਰੀ ਵੀ ਹੈ ਤੇ ਧਾਰਮਿਕ ਵੀ ਹੈ। ਉਹ ਕੰਮ ਵੀ ਕਰਦਾ ਹੈ, ਉਹ ਨਾਮ ਵੀ ਜਪਦਾ ਹੈ, ਉਹ ਮਾਇਆ ਵਾਸਤੇ ਵੀ ਸੋਚਦਾ ਹੈ, ਉਹ ਨਿਰੰਕਾਰ ਵਾਸਤੇ ਵੀ ਸੋਚਦਾ ਹੈ, ਅਕਾਲ ਪੁਰਖ ਬਾਰੇ ਵੀ ਸੋਚਦਾ ਹੈ। ਇਸ ਜਿਹੜੀ ਕਲਾਸ ਹੈ ਜਿਹਦੇ ਅੰਦਰ ਨਿਰੰਕਾਰ ਦੀ ਵੀ ਗੱਲ ਹੈ ਔਰ ਸੰਸਾਰ ਦੀ ਵੀ ਗੱਲ ਹੈ, ਗੁਰੂ ਸਾਹਿਬ ਨੇ ਕਿਹਾ ਮੇਰਾ ਸਿੱਖ ਇਸ ਕਲਾਸ ਵਿੱਚ ਪੜ੍ਹੇਗਾ, ਜਿਹਦੇ ਵਿੱਚ ਦੋਵੇਂ ਚੀਜ਼ਾਂ ਇਕੱਠੀਆਂ ਕੰਮ ਕਰਦੀਆਂ। ਇਹ ਦੋਵੇਂ ਹੀ ਪ੍ਰਵਾਨ ਨੇ। ਜਿਹੜੇ ਬਿਲਕੁਲ ਸੰਸਾਰ ਤੋਂ ਨਿਕਲ ਗਏ ਤੇ ਉਹਦੇ ਵਿੱਚ ਲੀਨ ਹੋ ਗਏ, ਉਹ ਵੀ ਪ੍ਰਵਾਨ, ਪਰ ਉਹ ਬੜੇ ਘੱਟ ਨੇ, ਥੋੜ੍ਹੇ ਨੇ। ਪਰ ਦੂਸਰੀ ਜਿਹੜੀ ਕਲਾਸ ਦੇ ਵਿੱਚ ਆਮ ਸਿੱਖ ਨੂੰ ਸਾਨੂੰ ਗੁਰੂ ਸਾਹਿਬ ਨੇ ਰੱਖਿਆ, ਉਹਦੇ ਵਿੱਚ ਗੁਰੂ ਸਾਹਿਬ ਨੇ ਦੋ ਹਿੱਸੇ ਸਾਡੇ ਜੀਵਨ ਦੇ ਕਰ ਦਿੱਤੇ ਨੇ। ਇੱਕ ਹਿੱਸਾ ਨਿਰੰਕਾਰ ਨਾਲ, ਅਕਾਲ ਪੁਰਖ ਵਾਹਿਗੁਰੂ ਨਾਲ, ਦੂਜਾ ਸੰਸਾਰ ਨਾਲ ਜੁੜਿਆ ਹੋਇਆ। ਪਰ ਐਸੇ ਮਨੁੱਖ ਨੂੰ ਗੁਰੂ ਦੀ ਲੋੜ ਪੈਂਦੀ ਹੈ। ਇੱਕ ਤੀਸਰਾ ਜਿਹੜਾ ਬਹੁ ਗਿਣਤੀ ਵਾਲਾ ਹਿੱਸਾ ਹੈ, ਉਹ ਅੱਧਾ ਅੱਧਾ ਨਹੀਂ, ਉਹ ਸਾਰੇ ਦਾ ਸਾਰਾ ਸੰਸਾਰ ਵਿੱਚ ਡੁੱਬ ਗਿਆ, ਸਾਰੇ ਦਾ ਸਾਰਾ ਸੰਸਾਰ ਦੇ ਅੰਦਰ ਲੀਨ ਹੋ ਗਿਆ। ਉਧਰ ਉਹਨੇ ਸਾਰੇ ਦਾ ਸਾਰਾ ਨਾਤਾ ਜੋੜ ਲਿਆ, ਪਦਾਰਥ ਵਿੱਚ ਖੁੱਭ ਗਿਆ, ਲੋਭ ਵਿੱਚ ਖੁੱਭ ਗਿਆ, ਪਕੜ ਵਿੱਚ ਆ ਗਿਆ, ਹੰਕਾਰੀ ਹੋ ਗਿਆ ਹੈ, ਕ੍ਰੋਧੀ ਹੋ ਗਿਆ। ਇਹ ਸਾਰੀਆਂ ਚੀਜ਼ਾਂ ਉਹਦੇ ਜੀਵਨ ਨੂੰ ਘੇਰ ਕੇ ਬੈਠ ਗਈਆਂ। ਉਹਨੂੰ ਕਹਿੰਦੇ ਨੇ ਪਾਪੀ ਮਨੁੱਖ ਹੈ। ਪਾਪ ਉਸ ਤੋਂ ਸ਼ੁਰੂ ਹੁੰਦਾ। ਉੱਥੋਂ ਪਾਪ ਦੀ ਦੁਨੀਆ ਆਰੰਭ ਹੁੰਦੀ ਹੈ ਕਿ ਕੋਈ ਸਾਰਾ ਜੀਵਨ ਨਿਰੰਕਾਰ ਦੇ ਨੂੰ ਛੱਡ ਕੇ ਸੰਸਾਰ ਦੇ ਵਿੱਚ ਡੁੱਬ ਜਾਏ। ਗੁਰੂ ਸਾਹਿਬ ਨੇ ਵਾਰ-ਵਾਰ ਬਾਣੀ ਵਿੱਚ ਕਿਹਾ, ਭਗਤ ਜੀ ਦਾ ਬਚਨ ਆਉਂਦਾ ਵੀ ਸੰਸਾਰ ਇੱਕ ਸਮੁੰਦਰ ਹੈ। ਤੁਸੀਂ ਬਾਣੀ ਵਿੱਚ ਪੜ੍ਹੋਗੇ ਤੇ ਗੁਰੂ ਸਾਹਿਬ ਵਾਰ-ਵਾਰ ਕਹਿੰਦੇ ਨੇ ਸੰਸਾਰ ਸਮੁੰਦਰ ਹੈ, ਸਾਗਰ ਹੈ। ਸਮੁੰਦ ਸਾਗਰ ਕਈ ਥਾਵਾਂ ਤੇ ਸ਼ਬਦ ਆਇਆ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਸੰਸਾਰ ਇੱਕ ਸਮੁੰਦਰ ਹੈ। ਇਹ ਸਿਰਫ ਉਦਾਹਰਨ ਦਿੱਤੀ। ਤੁਸੀਂ ਸਾਹਮਣੇ ਵਹਿੰਦੇ ਹੋ, ਸੰਸਾਰ ਸਮੁੰਦਰ ਨਹੀਂ ਦਿਸਦਾ। ਜ਼ਮੀਨ ਹੈ, ਧਰਤੀ ਹੈ, ਬਾਜ਼ਾਰ ਹੈ, ਕਿੰਨਾ ਕੁਝ ਹੈ, ਸਮੁੰਦਰ ਤੇ ਦਿਸਦਾ ਨਹੀਂ। ਇੱਥੇ ਸਮੁੰਦਰ ਦਾ ਪ੍ਰਤੀਕ ਲਿਆ ਗਿਆ ਕਿ ਸੰਸਾਰ ਸਮੁੰਦਰ ਵਰਗਾ ਹੈ, ਜਿਵੇਂ ਦਾ ਸਮੁੰਦਰ ਹੈ। ਤੇ ਸਮੁੰਦਰ ਵਿੱਚ ਕੀ ਹੈ? ਉਹਦੇ ਵਿੱਚ ਕਈ ਚੀਜ਼ਾਂ ਨੇ। ਉਹਦੇ ਅੰਦਰ ਇੱਕ ਚੀਜ਼ ਬਹੁਤੀ ਭਰਮਾਰ ਵਾਲੀ ਹੈ, ਜਿਹੜਾ ਪਾਣੀ ਹੈ। ਪਾਣੀ ਕਰਕੇ ਉਹਨੂੰ ਸਮੁੰਦਰ ਕਹਿੰਦੇ ਆ। ਉਧਰ ਪਾਣੀ ਸਾਫ਼ ਦਿਸਦਾ ਹੈ
ਇਧਰਲਾ ਪਾਣੀ ਜਿਹੜਾ ਸੰਸਾਰ ਸਮੁੰਦਰ ਵਿੱਚ ਹੈ ਉਹਨੂੰ ਕਹਿੰਦੇ ਨੇ ਮਾਇਆ ਦਾ, ਪਦਾਰਥ ਦਾ ਪਾਣੀ ਇਹਦੇ ਵਿੱਚ ਭਰਿਆ ਹੋਇਆ। ਜੇ ਇੱਥੇ ਪਦਾਰਥ ਹੈ ਤੇ ਸੰਸਾਰ ਹੈ, ਨਹੀਂ ਤੇ ਸੰਸਾਰ ਹੀ ਨਹੀਂ ਹੈ। ਹੁਣ ਇਹਦੇ ਉੱਤੇ, ਸਮੁੰਦਰ ਦੇ ਉੱਤੇ ਤਰਨ ਵਾਸਤੇ ਜਿਵੇਂ ਬੇੜੀ ਦੀ ਲੋੜ ਪੈਂਦੀ, ਇੱਧਰ ਵੀ ਬੇੜੀ ਚਾਹੀਦੀ ਹੈ। ਗੁਰ ਪੌੜੀ ਬੇੜੀ ਗੁਰੂ, ਸ਼ਬਦ ਦੀ ਬੇੜੀ ਚਾਹੀਦੀ। ਜਿਨ੍ਹਾਂ ਕੋਲ ਬੇੜੀ ਨਹੀਂ ਉਹ ਇਹਦੇ ਵਿੱਚ ਡੁੱਬਣਗੇ। ਸੰਸਾਰ ਤਰਨ ਵਾਸਤੇ ਹੈ, ਪਾਣੀ ਮਾਇਆ ਦਾ ਭਰਿਆ ਹੋਇਆ ਹੈ, ਇਹਦੇ ਉੱਤੋਂ ਬੇੜੀ ਲੈ ਕੇ ਮਨੁੱਖ ਨੇ ਲੰਘਣਾ ਹੈ, ਪਾਰ ਹੋ ਜਾਣਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਉਂ ਪਖਾਨ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਇਹਦੇ ਵਿੱਚ ਡੁੱਬੇ ਹੋਏ ਹਾਂ ਅਸੀਂ। ਇੱਕ ਹੋਰ ਬੇਨਤੀ ਕਰਾਂ, ਹਜ਼ੂਰ ਨੇ ਇਸ ਸਰੀਰ ਨੂੰ ਵੀ ਸਮੁੰਦਰ ਕਿਹਾ ਹੈ। ਜਦੋਂ ਸਮੁੰਦਰ ਦੀ ਗੱਲ ਚੱਲਦੀ ਏ, ਜਦੋਂ ਸੰਸਾਰ ਦੀ ਗੱਲ ਚੱਲਦੀ ਏ, ਤੇ ਇਸ ਸਪੇਸ ਨੂੰ ਨਾ ਸੰਸਾਰ ਸਮਝਣਾ। ਬੰਦੇ ਦਾ ਸਰੀਰ ਹੀ ਸੰਸਾਰ ਸਮੁੰਦਰ ਹੈ। ਇਹਦੇ ਵਿੱਚ ਹੀ ਜੀਵਨ ਤਰ ਵੀ ਸਕਦਾ ਹੈ, ਇਹਦੇ ਵਿੱਚ ਜੀਵਨ ਡੁੱਬ ਵੀ ਸਕਦਾ ਹੈ। ਦੋਵੇਂ ਚੀਜ਼ਾਂ ਨੇ। ਕੁਝ ਲੋਕ ਇਸ ਸਰੀਰ ਰੂਪੀ ਸਮੁੰਦਰ ਵਿੱਚ ਤਾਰੀਆਂ ਲਾ ਜਾਂਦੇ ਨੇ, ਤਰ ਜਾਂਦੇ ਨੇ। ਉਹਨਾਂ ਨੂੰ ਇਸ ਸਰੀਰ ਰੂਪੀ ਭਰੀ ਹੋਈ ਮਾਇਆ ਦੇ ਚਿੱਕੜ ਦੇ ਉੱਤੇ ਬੇੜੀ ਨਾਲ ਤੁਰਨਾ ਆ ਜਾਂਦਾ, ਤਰਨਾ ਆ ਜਾਂਦਾ। ਤੇ ਜਿਹੜੇ ਇਸ ਸਰੀਰ ਦੇ ਵਿੱਚ ਰਸ ਨੇ, ਵਿਕਾਰਾਂ ਦੇ ਰਸ ਨੇ, ਉਹ ਸਮੁੰਦਰ ਦੇ ਪਾਣੀ ਵਰਗੇ ਨੇ। ਜਿਨ੍ਹਾਂ ਕੋਲ ਗੁਰੂ ਕੇ ਸ਼ਬਦ ਰੂਪੀ ਬੇੜੀ ਨਹੀਂ, ਉਹ ਸਰੀਰ ਦੇ ਇਸ ਸਮੁੰਦਰ ਦੇ ਵਿਕਾਰਾਂ ਦੇ ਪਾਣੀ ਵਿੱਚ ਡੁੱਬ ਕੇ ਆਤਮਿਕ ਤੌਰ ਤੇ ਮਰ ਗਏ, ਮੌਤ ਹੋ ਗਈ। ਸਰੀਰ ਤੁਰਿਆ ਫਿਰਦਾ, ਸਰੀਰ ਸਮੁੰਦਰ ਹੈ। ਇਹ 4, 5, 6 ਫੁੱਟ ਦਾ ਜਿੰਨਾ ਵੀ ਸਾਨੂੰ ਸਰੀਰ ਮਿਲਿਆ, ਇਹ ਹੀ ਹਰਮੰਦਰ ਹੈ, ਇਹ ਹੀ ਧਰਮ ਹੈ। ਗੁਰੂ ਸਾਹਿਬ ਨੇ ਬਚਨ ਕੀਤਾ, ਇਹ ਸਰੀਰ ਸਭ ਧਰਮ ਹੈ, ਹੋਰ ਕੋਈ ਧਰਮ ਨਹੀਂ ਬਾਹਰ, ਸਰੀਰ ਹੀ ਧਰਮ ਹੈ। ਧਰਮ ਜਦੋਂ ਕਮਾਉਣਾ ਹੈ ਆਪਾਂ ਸਰੀਰ ਤੇ ਹੀ ਕਮਾਵਾਂਗੇ ਨਾ, ਹੋਰ ਕਿੱਥੇ ਵੀ ਆਪਾਂ ਧਰਮ ਸਿੱਖਿਆ, ਇੱਥੋਂ ਗੁਰੂ ਘਰ ਵਿੱਚੋਂ ਸਿੱਖਿਆ ਲੈ ਕੇ ਗਏ, ਧਾਰਮਿਕ ਸਿੱਖਿਆ ਪ੍ਰਾਪਤ ਕੀਤੀ, ਤਾਂ ਇਹ ਤਾਂ ਨਹੀਂ ਹੋ ਸਕਦਾ ਵੀ ਉਹਨੂੰ ਅਸੀਂ ਕਿਸੇ ਬੋਰਡ ਤੇ ਲਿਖ ਦਈਏ ਵੀ ਹੁਣ ਕਮਾਇਆ ਗਿਆ, ਜਾਂ ਕਿਸੇ ਕੰਧ ਤੇ ਆਪਾਂ ਲਿਖ ਦਈਏ ਤੇ ਧਰਮ ਕਮਾਇਆ ਜਾਏਗਾ। ਨਹੀਂ, ਉਹ ਯਾਦ ਰੱਖਣ ਵਾਸਤੇ ਚੰਗੀ ਗੱਲ ਹੈ, ਜਲਾਓ ਕਰਨ ਵਾਸਤੇ ਚੰਗੀ ਗੱਲ ਹੈ ਵੀ ਧਰਮ ਨੂੰ ਬਾਹਰ ਦੁਨੀਆ ਦੇ ਵਿੱਚ ਗੁਰੂ ਕੇ ਉਪਦੇਸ਼ ਨੂੰ, ਬਾਣੀ ਨੂੰ ਕਿਸੇ ਕਾਗਜ਼ ਤੇ ਲਿਖਿਆ ਜਾਏ, ਕਿਸੇ ਕੰਧ ਤੇ ਲਿਖਿਆ ਜਾਏ, ਕਿਸੇ ਕੈਸਟ ਵਿੱਚ ਪਾਇਆ ਜਾਏ, ਕਿਸੇ ਯੰਤਰ ਰਾਹੀਂ ਦੂਰ ਦੂਰ ਪ੍ਰਸਾਰਿਤ ਕੀਤਾ ਜਾਏ। ਇਹ ਠੀਕ ਹੈ ਕੰਮ, ਪਰ ਜਦੋਂ ਵੀ ਕਿਸੇ ਬੰਦੇ ਨੇ ਧਰਮ ਦਾ ਰਸ ਪ੍ਰਾਪਤ ਕੀਤਾ ਤੇ ਉਸ ਗਿਆਨ ਨੂੰ ਆਪਣੇ ਸਰੀਰ ਦੇ ਉੱਤੇ ਲਾਗੂ ਕੀਤਾ, ਪਹਿਲਾਂ ਆਪਣੇ ਆਪ ਤੇ ਲਾਗੂ ਕੀਤਾ। ਪਹਿਲਾਂ ਜਦੋਂ ਉਹਦੇ ਉੱਤੇ ਲਾਗੂ ਕੀਤਾ ਤੇ ਫਿਰ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਇਹ ਸਰੀਰ ਸਭ ਧਰਮ ਹੈ। ਇਹ ਸਰੀਰ ਹੁਣ ਧਰਮ ਬਣ ਗਿਆ। ਜਿਸ ਅੰਦਰ ਸੱਚੇ ਦੀ ਵਿੱਚ ਜੋਤ, ਇਸ ਸਰੀਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਲੁਕੀ ਹੋਈ ਹੈ। ਉਹਦੀ ਖੋਜ ਕਰਨੀ ਹੀ ਧਰਮ ਦੀ ਖੋਜ ਹੈ। ਉਸ ਜੋਤ ਨੂੰ ਲੱਭਣਾ, ਕਿੱਥੇ ਕਰਕੇ ਚਾਨਣ, ਉਸ ਦੀਵੇ ਦੀ ਖੋਜ ਕਰਨੀ ਜਿਹੜੀ ਸਾਡੀ ਸਰੀਰ ਦੇ ਵਿੱਚ, ਜਿਸ ਅੰਦਰ ਸੱਚੇ ਦੀ ਵਿੱਚ ਜੋਤ। ਫਿਰ ਇੱਕ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਗੋਹਜ ਰਤਨ ਵਿੱਚ ਲੁਕ ਰਹੇ। ਬੜਾ ਪਿਆਰਾ ਬਚਨ ਹੈ। ਗੋਹਜ, ਗੋਜ ਕਹਿੰਦੇ ਨੇ ਗੁਪਤ। ਹੁਣ ਅਸੀਂ ਇੱਧਰ ਅਰਥ ਕਰੀਏ, ਸੁਣੀਏ, ਪੜ੍ਹੀਏ, ਤਾਂ ਫਿਰ ਜੇ ਤੁਸੀਂ ਜਾਓਗੇ ਨਾ ਵੀ ਸਰੀਰ ਦੇ ਵਿੱਚ ਗੁੱਝੇ ਰਤਨ ਨੇ, ਤੇ ਇਹਨੂੰ ਜੇ ਆਪਾਂ ਸੋਚੀਏ ਵੀ ਆਪਾਂ ਸ਼ੀਸ਼ੇ ਅੱਗੇ ਖੜੇ ਹੋ ਕੇ ਵੇਖੀਏ, ਜਾਂ ਇਸ ਸਰੀਰ ਦੇ ਵਿੱਚੋਂ ਆਪਰੇਸ਼ਨ ਕਰਾ ਕੇ ਕੱਢ ਲਈਏ, ਤੇ ਉੱਥੇ ਗੋਝ ਰਤਨ ਨਹੀਂ ਮਿਲਦੇ। ਉੱਥੇ ਨਾੜੀਆਂ ਦਾ ਜਾਲ ਹੈ, ਉੱਥੇ ਖੂਨ ਮਿੱਝ ਮਾਸ ਹੈ। ਸਰੀਰ ਦੇ ਅੰਗ ਨਿਕਲਣਗੇ, ਐਕਸਰੇ ਕਰਾਓ, ਟੈਸਟ ਕਰਵਾਓ, ਹੋਰ ਬੜਾ ਕੁਝ ਇਹਦੇ ਸਰੀਰ ਦੇ ਵਿੱਚੋਂ ਨਿਕਲ ਸਕਦਾ, ਉੱਥੋਂ ਨਹੀਂ ਲੱਭਣਗੇ। ਉਹ ਜਿਹੜੇ ਗੋਹਜ ਰਤਨ ਨੇ ਨਾ, ਗੋਜ ਰਤਨ ਨੇ ਜੀਵਨ ਦਾ ਸਵਾਦ, ਮਹਾ ਆਨੰਦ, ਮਨ ਦਾ ਲਗਾਤਾਰ ਨਿਰੰਤਰ ਟਿਕਾਵ, ਤੇ ਉਹਦੇ ਵਿੱਚੋਂ ਨਿਕਲਦੀ ਅੰਮ੍ਰਿਤ ਦੀ ਧਾਰਾ, ਰਸ, ਸਕੂਨ, ਤਸੱਲੀ ਵਾਲਾ ਜੀਵਨ, ਸੱਚ ਤੇ ਟਿਕਿਆ ਹੋਇਆ ਜੀਵਨ, ਬੇਪਰਵਾਹ, ਜਿਹਦੇ ਉੱਤੇ ਕੋਈ ਮੈਲ ਨਹੀਂ,
ਐਸੇ ਰਤਨ ਇਸ ਸਰੀਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਲੁਕਾ ਦਿੱਤੇ ਨੇ। ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ, ਜੇ ਕੋਈ ਮਨੁੱਖ ਗੁਰੂ ਕੇ ਸ਼ਬਦ ਦੁਆਰਾ ਇਹਨਾਂ ਰਤਨਾਂ ਦੀ ਖੋਜ ਕਰੇ ਸਰੀਰ ਵਿੱਚੋਂ, ਕਾਹਦੇ ਨਾਲ ਲੱਭਾਂਗੇ ਉਸ ਨੂੰ? ਕੋਈ ਤਰੀਕਾ ਨਹੀਂ ਹੈ। ਸਰੀਰ ਦੇ ਵਿੱਚੋਂ ਕਿਹੜੀ ਚੀਜ਼ ਨਾਲ ਅਸੀਂ ਜਦੋਂ ਰਾਤ ਨੂੰ ਕੋਈ ਚੀਜ਼ ਲੱਭਣ ਜਾਂਦੇ ਤਾਂ ਰਸਤੇ ਵਿੱਚ ਹੱਥ ਵਿੱਚ ਜਾਂ ਤਾਂ ਸਾਡੇ ਕੋਈ ਦੀਵਾ ਹੁੰਦਾ ਜਾਂ ਕੋਈ ਟਾਰਚ ਹੁੰਦੀ, ਬੈਟਰੀ ਹੁੰਦੀ, ਉਹਨੂੰ ਜਗਾ ਕੇ ਅੱਗੇ ਅੱਗੇ ਵੇਖਦੇ ਹਾਂ ਕਿ ਸਾਡੀ ਕੋਈ ਵਸਤੂ ਇੱਥੇ ਗਵਾਚੀ ਸਾਨੂੰ ਮਿਲੇਗੀ। ਵੈਸੇ ਨਹੀਂ ਮਿਲ ਸਕਦੀ। ਰਾਤ ਦੇ ਹਨੇਰੇ ਦੀ ਖੋਜ ਵਾਸਤੇ ਬੈਟਰੀ ਸਹਾਇਕ ਹੈ, ਟਾਰਚ ਸਹਾਇਕ ਹੈ, ਦੀਵਾ ਸਹਾਇਕ ਹੈ। ਤੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਨਾਮ ਦਾ ਰਤਨ ਅੰਮ੍ਰਿਤ ਰਸ, ਉਹ ਸਾਡੇ ਸਰੀਰ ਰੂਪੀ ਗੁਫਾ ਦੇ ਵਿੱਚ ਤਾਂ ਹੈ, ਉਹ ਹੋਰ ਕਿਸੇ ਚੀਜ਼ ਨਾਲ ਨਹੀਂ ਮਿਲੇਗੀ। ਉਹਦੀ ਖੋਜ ਗੁਰੂ ਕੇ ਸ਼ਬਦ ਦੇ ਜਪ ਦੁਆਰਾ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਜਪਾਂਗੇ, ਉਸ ਜਪ ਦੇ ਵਿੱਚ ਧਿਆਨ ਕਰਾਂਗੇ, ਜਦੋਂ ਆਪਾਂ ਜਪਾਂਗੇ ਉਸ ਸ਼ਬਦ ਨੂੰ, ਉਸ ਜਾਪ ਦੇ ਅੰਦਰ ਧਿਆਨ ਲੱਗੇਗਾ ਤੇ ਸ਼ਬਦ ਟਾਰਚ ਬਣ ਕੇ ਅੱਗੇ ਅੱਗੇ ਤੁਰਨਾ ਸ਼ੁਰੂ ਕਰ ਦੇਗਾ। ਧਿਆਨ ਉਹਦੇ ਪਿੱਛੇ ਰਹੇਗਾ। ਜਿਵੇਂ ਜਿਹਨੇ ਬੈਟਰੀ ਹੱਥ ਵਿੱਚ ਫੜੀ ਹੁੰਦੀ ਏ, ਉਹ ਹੱਥ ਨਾਲ ਬੈਟਰੀ ਅੱਗੇ ਕਰਦਾ ਤੇ ਆਪ ਉਸ ਚਾਨਣ ਦਾ ਪਿੱਛਾ ਕਰਦਾ, ਉਹਦੇ ਵਿੱਚ ਵੇਖ ਕੇ ਤੁਰਨਾ ਜਾਣ ਲੈਂਦਾ ਹੈ। ਇਸ ਤਰ੍ਹਾਂ ਜਦੋਂ ਗੁਰੂ ਸਾਹਿਬ ਕਿਸੇ ਨੂੰ ਨਾਮ ਦਾ, ਸ਼ਬਦ ਦਾ ਇਹ ਦੀਵਾ ਫੜਾ ਦਿੰਦੇ ਨੇ, ਤੇ ਦੀਵਾ ਹੈ ਨਾਮ ਜਪਣਾ ਗੁਰੂ ਤੋਂ ਲੈ ਕੇ, ਪੰਜ ਪਿਆਰਿਆਂ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਕਰਕੇ ਜਦੋਂ ਸਿੱਖ ਬੈਠ ਕੇ ਉਸ ਨਾਮ ਨੂੰ ਸਹਿਜ ਅਵਸਥਾ ਵਿੱਚ ਜਪਦਾ ਹੈ, ਜਾਪ ਕਰਦਾ ਹੈ, ਤੇ ਉਸ ਸ਼ਬਦ ਦੀ ਗੂੰਜ ਵਿੱਚ ਧਿਆਨ ਲਾਉਂਦਾ ਹੈ, ਉਹਦੀ ਧੁਨ ਵਿੱਚ ਧਿਆਨ ਪਾਉਂਦਾ ਹੈ, ਤਾਂ ਸ਼ਬਦ ਜਿਹੜਾ ਹੈ ਹੁਣ ਇਕੱਠੇ ਹੋਣਗੇ। ਜਦੋਂ ਆਪਾਂ ਦੀਵਾ ਜਾਂ ਟਾਰਚ ਲੈ ਕੇ ਤੁਰਨੇ ਆ, ਅਸੀਂ ਦੀਵਾ ਵੀ ਫੜਿਆ ਹੋਇਆ ਤੇ ਉਹਦੇ ਪਿੱਛੇ ਵੀ ਤੁਰ ਰਹੇ ਹਾਂ, ਦੋ ਕੰਮ ਕਰ ਰਹੇ ਹਨ। ਇਹ ਨਹੀਂ ਵੀ ਉਹ ਬੈਟਰੀ ਆਪਣੇ ਆਪ ਤੁਰੀ ਜਾ ਰਹੀ ਹੈ, ਇੱਕ ਹੱਥ ਨੇ ਬੈਟਰੀ ਫੜੀ ਹੋਈ ਹੈ ਤੇ ਬਾਕੀ ਸਾਰਾ ਸਰੀਰ ਉਸ ਚਾਨਣ ਦੇ ਪਿੱਛੇ ਪਿੱਛੇ ਜਾ ਰਿਹਾ ਰਾਹ ਵਿੱਚ। ਇਸ ਤਰ੍ਹਾਂ ਸ਼ਬਦ ਦੀ ਬੈਟਰੀ ਵੀ ਸਿੱਖ ਨੇ ਆਪ ਹੀ ਫੜਨੀ ਹੈ, ਉਹਨੇ ਆਪ ਜਪਣਾ ਹੈ। ਤੇ ਜਦੋਂ ਜਪੇਗਾ, ਜਿਹੜੀ ਉਹਦੀ ਧੁਨ ਨਿਕਲਦੀ ਹੈ, ਜਿਹੜੀ ਉਹਦੀ ਆਵਾਜ਼, ਉਹ ਚਾਨਣ ਹੈ। ਉਸ ਆਵਾਜ਼ ਦੇ ਪਿੱਛੇ ਪਿੱਛੇ ਤੁਰੀ ਜਾਣਾ। ਤੇ ਜਿਹੜੀ ਆਵਾਜ਼ ਹੈ, ਜਿਹੜਾ ਸ਼ਬਦ ਹੈ, ਜਿਹੜਾ ਸਾਊਂਡ ਹੈ, ਉਹ ਅਕਾਲ ਪੁਰਖ ਦੇ ਦੇਸ਼ ਦਾ ਵਾਸੀ ਹੈ, ਉੱਥੋਂ ਆਇਆ ਹੈ। ਧੁਨੀ ਜਿਹੜੀ ਵਾਰ-ਵਾਰ ਕਿਹਾ ਗਿਆ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਸ ਦੇਸ਼ ਦੀ ਵਾਸੀ ਹੈ। ਤੇ ਜਿਹੜੇ ਦੇਸ਼ ਦੀ ਵਾਸੀ ਹੈ, ਜਦੋਂ ਤੁਸੀਂ ਉਚਾਰਨ ਕਰਨਾ ਸ਼ੁਰੂ ਕਰੋਗੇ, ਆਪਣੇ ਦੇਸ਼ ਵੱਲ ਸਫ਼ਰ ਕਰਨਾ ਸ਼ੁਰੂ ਕਰ ਦੇਗੇ ਆਪਣੇ ਆਪ। ਉਹਨੂੰ ਤੋਰਨਾ ਨਹੀਂ ਹੁੰਦਾ, ਉਹ ਆਪਣੇ ਆਪ ਉੱਧਰ ਜਾਏਗੀ। ਤੇ ਜੇ ਕੋਈ ਉਹਦਾ ਪਿੱਛਾ ਕਰਦਾ ਗਿਆ, ਪਿੱਛੇ ਧਿਆਨ ਦੁਆਰਾ ਤੁਰਦਾ ਗਿਆ, ਤੇ ਉਹ ਸ਼ਬਦ ਦੀ ਆਵਾਜ਼, ਉਹ ਸ਼ਬਦ ਦੀ ਗੂੰਜ, ਉਹ ਸ਼ਬਦ ਦਾ ਅਭਿਆਸ ਸਾਨੂੰ, ਉਹ ਸਾਡੀ ਸੁਰਤ ਨੂੰ ਆਪਣੇ ਦੇਸ਼ ਨਾਲ ਜੋੜਨਾ ਸ਼ੁਰੂ ਕਰ ਦੇਗਾ। ਫਿਰ ਰਾਹ ਲੱਭ ਜਾਏਗਾ। ਫਿਰ ਤੇ ਸਿੱਖ ਆਉਣਾ ਜਾਣਾ ਸ਼ੁਰੂ ਕਰ ਦਿੰਦਾ ਹੈ, ਉਹਨੂੰ ਸੌਖਾ ਹੋ ਜਾਂਦਾ। ਪਹਿਲਾਂ ਨਹੀਂ। ਅਸੀਂ ਕਹਿੰਦੇ ਹਾਂ ਵੀ ਬੜਾ ਸੌਖਾ ਥੋੜ੍ਹਾ ਜਿਹਾ ਹੋ ਜਾਏ ਇਹ ਧਰਮ ਦੀ ਕਮਾਈ। ਤੁਸੀਂ ਵੇਖਿਆ ਹੋਵੇਗਾ ਨਾ, ਜਿਹੜੇ ਪਹਾੜਾਂ ਦੀ ਯਾਤਰਾ ਕਰਦੇ ਨੇ, ਜਾਂ ਦੂਰ ਨਾ ਜਾਓ ਤੁਸੀਂ, ਹੇਮਕੁੰਟ ਸਾਹਿਬ ਜਾਓ, ਤੇ ਉਹ ਤਾਂ 5-7 ਕਿਲੋਮੀਟਰ ਦਾ ਪਹਾੜ ਹੈ ਨਾ, ਜਿਹੜਾ ਸਿੱਧਾ ਬਿਲਕੁਲ। ਤਾਂ ਕਿੰਨੀ ਮਿਹਨਤ ਕਰਨੀ ਪੈਂਦੀ ਉੱਥੇ ਜਾਣ ਵਾਸਤੇ, ਸਰੀਰ ਤੇ ਕਿੰਨੇ ਕਸ਼ਟ ਆਉਂਦੇ। ਉੱਚਾ ਜਾਣਾ ਹੈ, ਉੱਚੇ ਚੜ੍ਹਨਾ ਹੈ, ਸਫ਼ਰ ਕਰਨਾ ਹੈ। ਉਹਦੇ ਵਿੱਚ ਦੋ ਚੀਜ਼ਾਂ ਲੱਗਦੀਆਂ ਨੇ, ਇੱਕ ਬੰਦੇ ਦੇ ਸਰੀਰ ਦੀ ਸ਼ਕਤੀ ਤੇ ਦੂਜਾ ਬੰਦੇ ਦਾ ਧਿਆਨ। ਬੇਧਿਆਨਾ ਨਹੀਂ, ਬਿਲਕੁਲ ਸਤਰਕ ਧਿਆਨ ਨਾਲ ਤੁਰਦਾ ਹੈ। ਸਰੀਰ ਵੀ ਥੱਕ ਜਾਂਦਾ ਹੈ, ਧਿਆਨ ਵੀ ਲੱਗਦਾ ਹੈ, ਫਿਰ ਪਹੁੰਚਦਾ ਹੈ। ਇਹ ਤੇ ਇਸ ਧਰਤੀ ਦੇ ਪਹਾੜ ਨੇ, ਜਿਹੜੇ ਨਿਰੰਕਾਰ ਦੇ ਦੇਸ਼ ਦੀਆਂ ਪਹਾੜੀਆਂ ਨੇ, ਧਰਮ ਦੀਆਂ ਪਹਾੜੀਆਂ ਨੇ। ਉੱਥੇ ਅਸੀਂ ਜਾਣਾ ਚਾਹੁੰਦੇ ਹਾਂ ਤੇ ਕਸ਼ਟ ਸਰੀਰ ਤੇ ਛੋਟਾ ਜਿਹਾ ਵੀ ਨਹੀਂ ਸਹਿਣਾ ਚਾਹੁੰਦੇ। ਕਸ਼ਟ ਨਹੀਂ ਸਹਿਣਾ ਚਾਹੁੰਦੇ ਅਸੀਂ, ਸਰੀਰ ਤੇ ਕਸ਼ਟ ਵੀ ਨਾ ਹੋਵੇ।
ਸਰੀਰ ਨੂੰ ਕਸ਼ਟ ਦੇਣ ਤੋਂ ਬਿਨਾਂ ਤੇ 7 ਕਿਲੋਮੀਟਰ ਦੀ ਪਹਾੜੀ ਤੇ ਨਹੀਂ ਚੜਿਆ ਜਾ ਸਕਦਾ, ਉਹ ਵੀ ਨਾਮੁਮਕਿਨ ਹੈ। ਤੇ ਫਿਰ ਅਸੀਂ ਸਰੀਰ ਨੂੰ ਜਦੋਂ ਜਿਵੇਂ ਇਹ ਕਹਿੰਦਾ ਇਹਦੇ ਅਨੁਸਾਰ ਚੱਲਨੇ ਆ। ਜਿੰਨਾ ਚਿਰ ਇਹ ਜਿਹੜਾ ਸਰੀਰ ਹੈ ਇਹਦੀ ਅਣਸੁਣੀ ਨਹੀਂ ਕਰਦੇ, ਇਹਦੀਆਂ ਦਰਦਾਂ ਨੇ, ਇਹਦਾ ਚੰਚਲਪੁਣਾ, ਇਹਦੇ ਵੱਲ ਬੇਧਿਆਨੀ ਨਹੀਂ ਕਰਦੇ ਵੀ ਤੇਰੇ ਕਹਿ ਦੇ ਅਨੁਸਾਰ ਅਸੀਂ ਨਹੀਂ, ਉਹਨਾਂ ਚਿਰ ਬੰਦਾ ਕਮਾਈ ਨਹੀਂ ਕਰ ਸਕਦਾ, ਉਹਨਾਂ ਚਿਰ ਅੱਗੇ ਨਹੀਂ ਜਾ ਸਕਦਾ। ਕਿਉਂਕਿ ਇਹ ਇੱਕ ਅਵਾਰਾ ਘੋੜੇ ਵਰਗਾ ਹੈ ਸਰੀਰ, ਜਿਹੜਾ ਅਵਾਰਾ ਘੋੜਾ ਖਾਲੀ ਰਹਿੰਦਾ। ਅਵਾਰਾ ਘੋੜਾ ਜਿਹੜਾ ਕਦੇ ਨਹੀਂ ਟਿਕਦਾ, ਕਦੀ ਇੱਧਰ ਨੂੰ ਕਦੀ ਉੱਧਰ ਨੂੰ, ਇਹਦੀ ਆਦਤ ਬੜੀ ਪੁਰਾਣੀ ਖਰਾਬ ਹੈ। ਇਹਨੂੰ ਅਸੀਂ ਖੁੱਲ੍ਹ ਦਿੱਤੀ ਹੋਈ ਸੀ, ਜੋ ਮਰਜ਼ੀ ਕਰ ਰਿਹਾ ਸੀ, ਜਿੱਧਰ ਮਰਜ਼ੀ ਵੇਖਦਾ ਸੀ, ਜੋ ਮਰਜ਼ੀ ਸੁਣਦਾ ਸੀ, ਕਦੀ ਇੱਧਰ ਨੂੰ ਪਾਸਾ ਬਦਲਦਾ ਸੀ, ਕਦੀ ਇੱਧਰ ਨੂੰ ਜਾਂਦਾ ਸੀ। ਤਾਂ ਹੁਣ ਜਦੋਂ ਅਸੀਂ ਇਹਨੂੰ ਕੰਟਰੋਲ ਕਰਨ ਦਾ ਯਤਨ ਕਰਾਂਗੇ, ਸਾਧਨਾ ਕਰਾਂਗੇ, ਤੇ ਸਭ ਤੋਂ ਪਹਿਲਾਂ ਇਹਨੇ ਅੜਚਣ ਪਾਉਣੀ ਹੈ। ਇਹ ਨਹੀਂ ਟਿਕੇਗਾ, ਇਹ ਟਿਕੇਗਾ ਨਹੀਂ ਤੇ ਕੰਮ ਨਹੀਂ ਹੋਵੇਗਾ। ਤਾਂ ਸਭ ਤੋਂ ਪਹਿਲਾਂ ਸਰੀਰ ਦੀ ਸਾਧਨਾ, ਸਭ ਤੋਂ ਪਹਿਲਾਂ ਇਹਨੂੰ ਸਾਧ ਲੈਣਾ, ਵੇਖਣ ਦੀ ਸਾਧਨਾ ਕਰਨੀ, ਸੁਣਨ ਦੀ ਸਾਧਨਾ ਕਰਨੀ, ਬੈਠਣ ਦੀ ਸਾਧਨਾ ਕਰਨੀ। ਇਹਦੀ ਦਰਦ ਦੀ ਇੱਕ ਕਪੈਸਿਟੀ ਹੈ ਸਰੀਰ ਦੀ, ਤੁਸੀਂ ਕੁਝ ਵੀ ਕਰੋ। ਕਿਉਂਕਿ ਮੈਂ ਇੱਥੇ ਇੱਕ ਬੇਨਤੀ ਕਰਾਂ, ਭਾਵੇਂ ਜਿਹੜੇ ਲੋਕ ਅੱਗੇ ਲੰਘ ਜਾਂਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਅੱਖ ਬੰਦ ਕਰਨ ਨਾ ਕਰਨ, ਟਿਕ ਕੇ ਬਹਿਣ ਨਾ ਬਹਿਣ, ਉਹ ਹੋਰ ਨੇ। ਪਰ ਜਿਹੜੀ ਕਲਾਸ ਵਿੱਚੋਂ ਅਸੀਂ ਸ਼ੁਰੂ ਕਰਨਾ ਹੈ, ਇਹ ਇਸ ਤਰ੍ਹਾਂ ਦੀ ਹੈ ਜਿਹਨੂੰ ਗੁਰੂ ਸਾਹਿਬ ਨੇ ਕਿਹਾ, ਜਿਹਨੂੰ ਭਗਤ ਜੀ ਨੇ ਕਿਹਾ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ। ਬਿਲੋਵਣਾ ਕਹਿੰਦੇ ਦੁੱਧ ਰਿੜਕਣ, ਇਹ ਤੁਸੀਂ ਦੁੱਧ ਰਿੜਕਣਾ ਹੈ। ਤੇ ਜਦੋਂ ਦੁੱਧ ਰਿੜਕਿਆ ਜਾਂਦਾ, ਜਿਸ ਭਾਂਡੇ ਵਿੱਚ ਦੁੱਧ ਪਾ ਕੇ ਰਿੜਕੀਦਾ ਉਹ ਭਾਂਡਾ ਨਹੀਂ ਹਿੱਲਣਾ ਚਾਹੀਦਾ, ਉਹ ਸੰਚੇ ਦੇ ਵਿੱਚ ਫਸਾ ਕੇ ਰੱਖਿਆ ਜਾਂਦਾ, ਉਹਨੂੰ ਨੇਤਰਾ ਪਾਇਆ ਜਾਂਦਾ ਹੈ, ਉਸ ਨੂੰ ਚੰਗੀ ਤਰ੍ਹਾਂ ਸਕੰਜੇ ਵਿੱਚ ਦਿੱਤਾ ਜਾਂਦਾ ਹੈ। ਭਾਂਡਾ ਨਹੀਂ ਹਿੱਲਦਾ, ਦੁੱਧ ਹਿੱਲਦਾ ਵਿੱਚ। ਇਸ ਤਰ੍ਹਾਂ ਜਦੋਂ ਸਿੱਖ ਸ਼ਬਦ ਦਾ ਅਭਿਆਸ ਕਰਦਾ ਹੈ, ਜਿੰਨਾ ਚਿਰ ਉਹਦਾ ਸਰੀਰ ਹਿੱਲਦਾ ਰਹੇਗਾ ਉਹਨਾਂ ਚਿਰ ਸ਼ਬਦ ਅੰਦਰ ਕੰਮ ਨਹੀਂ ਕਰੇਗਾ। ਉਹਦਾ ਰੁਕਣਾ ਅਤ ਜ਼ਰੂਰੀ ਹੈ। ਜੇ ਉਹ ਨਹੀਂ ਰੁਕਦਾ, ਅੰਦਰ ਸ਼ਬਦ ਦੀ ਕਮਾਈ ਨਹੀਂ ਹੋਵੇਗੀ। ਸਰੀਰ ਰੁਕਣਾ ਚਾਹੀਦਾ, ਬਿਲਕੁਲ ਪੱਥਰ ਦੀ ਮੂਰਤੀ ਹੋ ਜਾਣਾ ਚਾਹੀਦਾ। ਔਰ ਜੇ ਇਸ ਨੂੰ ਬਿਲਕੁਲ ਸਾਧਨਾ ਹੋਵੇ, 2-3 ਮਹੀਨੇ ਲੱਗਦੇ ਬਿਲਕੁਲ। ਜਿਹੜੀਆਂ ਇਹਦੇ ਵਿੱਚ ਦਰਦਾਂ ਨੇ ਨਾ, ਉਹ ਅਸਲੀ ਨਹੀਂ ਹੁੰਦੀਆਂ, ਰੋਗ ਵਾਲੀਆਂ ਦਰਦਾਂ ਨਹੀਂ। ਜਦੋਂ ਅਸੀਂ ਬਹਿੰਦੇ ਹਾਂ, ਉਹ ਆਦਤ ਦੀ ਦਰਦ ਹੈ, ਧਿਆਨ ਜਾਂਦਾ ਵਿੱਚ, ਉਹਨੂੰ ਸੋਧਿਆ ਨਹੀਂ ਗਿਆ, ਉਹਦੇ ਉੱਤੇ ਦਬਾਅ ਨਹੀਂ ਪਾਇਆ ਗਿਆ, ਪ੍ਰੈਸ਼ਰ ਨਹੀਂ ਕੀਤਾ ਗਿਆ ਉਸ। ਇਸ ਕਰਕੇ ਉਹ ਵਾਰ-ਵਾਰ ਕਦੀ ਕੁਝ ਕਹਿੰਦਾ, ਕਦੀ ਕੁਝ। ਤੇ ਬਾਬਾ ਫਰੀਦ ਸਾਹਿਬ ਜਦੋਂ ਤੁਰੇ ਨਾ, ਜਿਹੜੇ ਵੀ ਤੁਰਦੇ ਨੇ ਉਹਨਾਂ ਨੂੰ ਇਹ ਵਾਪਰਿਆ। ਬਾਬਾ ਫਰੀਦ ਸਾਹਿਬ ਨੇ ਕਿਹਾ, ਕਿਉਂਕਿ ਜਿਉਂ ਹੀ ਉਹ ਨਮਾਜ਼ ਪੜ੍ਹਨ ਬੈਠਦੇ, ਸਰੀਰ ਥੱਕਦਾ, ਕਦੀ ਭੁੱਖ ਲੱਗਦੀ, ਕਦੀ ਨੀਂਦ ਵਿਆਪਦੀ, ਕਦੀ ਗਰਮੀ ਲੱਗਦੀ, ਕਦੀ ਠੰਡ ਲੱਗਦੀ। ਤਾਂ ਉਹਨਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਫਰੀਦਾ ਇਹ ਤਨ ਭੌਂਕਣਾ, ਇਹ ਜਿਹੜਾ ਸਰੀਰ ਹੈ ਨਾ, ਇਹਦੀ ਹਾਲਤ ਇਸ ਤਰ੍ਹਾਂ ਜਿਵੇਂ ਕੁੱਤਾ ਹੈ, ਕੁੱਤਾ ਭੌਂਕਦਾ ਵਾਰ-ਵਾਰ। ਉਹਨੂੰ ਖਵਾ ਵੀ ਦਿਓ ਫਿਰ ਵੀ ਭੌਂਕਦਾ ਹੈ। ਤੁਸੀਂ ਉਹਨੂੰ ਰੱਜ ਕੇ ਰੋਟੀ ਖਵਾਓ ਤਾਂ ਫਿਰ ਭੌਂਕੇਗਾ। ਇਹ ਤਨ ਭੌਂਕਣਾ, ਜਾਂ ਭੌਂਕੇਗਾ ਜਾਂ ਸੌਂ ਜਾਏਗਾ। ਤੇ ਸਰੀਰ ਦੀ ਸਾਡੇ ਦੀ ਇਹੀ ਹਾਲਤ ਹੈ, ਜਾਂ ਇਹ ਕੁਝ ਨਾ ਕੁਝ ਮੰਗੀ ਜਾਂਦਾ ਹੈ, ਜਦੋਂ ਮਿਲ ਜਾਂਦਾ ਉਦੋਂ ਸੌਂ ਜਾਂਦਾ। ਦੋ ਹੀ ਕੰਮ ਨੇ, ਕੰਮ ਕਰਨਾ ਵਿੱਚ ਹੀ ਰਹਿ ਗਿਆ। ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀ ਹੈ ਕੌਣ। ਕਹਿਣ ਲੱਗੇ, ਕੌਣ ਇਹਦੀ ਹਰ ਰੋਜ਼ ਮੰਨੇ। ਕੰਨੀ ਬੁੱਝੇ ਦੇ ਰਹਾ, ਬੁੱਝੇਦਾਰ ਇੱਥੇ ਰੂੰ ਦੇ ਟੁਕੜੇ ਕੰਨ ਵਿੱਚ ਦੇ ਲਈਦੇ ਨੇ ਜਦੋਂ ਬਹੁਤੀ ਆਵਾਜ਼ ਆਵੇ, ਉਹ ਆਵਾਜ਼ ਤੰਗ ਕਰਦੀ। ਕੰਨੀ ਬੁੱਝੇ ਦੇ ਰਹਾ ਜਿੱਤੀ ਵਗੈ ਪਾਉਣ, ਜਦੋਂ ਬਹੁਤੀ ਹਵਾ ਵਗੇ ਤੇ ਕੰਨਾਂ ਵਿੱਚ ਰੂੰ ਦੇ ਲਈਦਾ। ਇਸ ਸਰੀਰ ਦੇ ਅੰਦਰੋਂ ਬਹੁਤੀ ਪ੍ਰਕਾਰ ਦੀ ਹਵਾ ਵਗੀ ਜਾ ਰਹੀ ਹੈ। ਕਈ ਪ੍ਰਕਾਰ ਦੀ ਸੁਭਾਵਕ ਹਵਾ ਹੈ ਜਿਹੜੀ ਸਾਨੂੰ ਟਿਕਣ ਨਹੀਂ ਦਿੰਦੀ। ਫਰੀਦ ਸਾਹਿਬ ਕਹਿੰਦੇ, ਮੈਂ ਤੇ ਕੰਨਾਂ ਵਿੱਚ ਬੁੱਝੇ ਦੇ ਦਿੱਤੇ ਨੇ, ਕੰਨ ਬੰਦ ਹੀ ਕਰ ਲੈ, ਹੋਰ ਕੋਈ ਚਾਰਾ ਨਹੀਂ ਸੀ, ਕੋਈ ਵਾਹ ਨਹੀਂ ਸੀ। ਤਾਂ ਜਿਨ੍ਹਾਂ ਨੇ ਇਹਨੂੰ ਸਾਧਿਆ, ਮੈਂ ਬੇਨਤੀ ਕਰ ਰਿਹਾ ਸੀ, ਮਾਇਆ
ਤੋਂ ਸੰਸਾਰ ਬਣਿਆ ਤੇ ਮਨੁੱਖ ਇਹਦੇ ਨਾਲ ਜੁੜਨ ਕਰਕੇ ਇਤਨਾ ਇਸ ਪਾਸੇ ਵੱਲ ਪ੍ਰਵਿਰਤ ਹੋ ਗਿਆ ਕਿ ਉਸ ਨੂੰ ਵਾਪਸੀ ਕਰਨੀ ਔਖੀ ਹੋ ਗਈ। ਸਤਿਗੁਰੂ ਨੇ ਇੱਥੇ ਇੱਕ ਦ੍ਰਿਸ਼ਟੀ ਦਾ ਜ਼ਿਕਰ ਕੀਤਾ ਜਿਹਨੂੰ ਕਹਿੰਦੇ ਵਿਰਾਗ ਭਰੀ ਦ੍ਰਿਸ਼ਟੀ, ਸੰਸਾਰ ਤੋਂ ਉਪਰਾਮਤਾ ਆ ਜਾਣੀ, ਸੰਸਾਰ ਫਿੱਕਾ ਪ੍ਰਤੀਤ ਹੋਣ ਲੱਗ ਪੈਣਾ। ਤੇ ਸਤਿਗੁਰੂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਆਪਣੀ ਅੱਖ ਨਾਲ ਚੰਗੀ ਤਰ੍ਹਾਂ ਧਿਆਨ ਨਾਲ ਵੇਖ, ਕਿੰਨੇ ਲੋਕ ਸਨ ਜਿਹੜੇ ਨੰਗੇ ਪੈਰੀ ਵਾਪਸ ਮੁੜ ਗਏ ਇਸ ਧਰਤੀ ਤੋਂ, ਨਾਲ ਕੁਝ ਨਹੀਂ ਗਿਆ, ਨਾਲ ਜਾ ਹੀ ਨਹੀਂ ਸਕਦਾ, ਖਾਲੀ ਹੱਥ ਵਾਪਸੀ ਹੋ ਗਈ, ਕੁਝ ਵੀ ਨਾਲ ਨਹੀਂ ਤੁਰਿਆ। ਜਿਹੜੀਆਂ ਚੀਜ਼ਾਂ ਨਾਲ ਗਈਆਂ ਹਜ਼ੂਰ ਨੇ ਉਹ ਬਾਣੀ ਵਿੱਚ ਦੱਸੀਆਂ ਨੇ ਕਈ ਥਾਵਾਂ 'ਤੇ। ਇਹ ਸਾਰੀ ਕਥਾ ਜਿਹੜੀ ਹੈ ਨਾ, ਵੀ ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਪਧਾਰੇ ਦਾ ਮਤਲਬ ਵੀ ਪਹੁੰਚ ਗਏ। ਇਹ ਇੱਕ ਦੇਸ਼ ਦੀ ਖਬਰ ਦਿੰਦੀਆਂ ਨੇ ਔਰ ਇੱਕ ਸੱਚ ਨੂੰ ਪ੍ਰਗਟ ਕਰਦੀਆਂ ਨੇ, ਜਿਹਦੇ ਬਾਰੇ ਸਾਡੇ ਮਨ ਵਿੱਚ ਕਈ ਵਾਰੀ ਭੁਲੇਖਾ ਪੈਂਦਾ ਵੀ ਜਦੋਂ ਸਰੀਰ ਨੂੰ ਤਿਆਗਾਂਗੇ ਪਤਾ ਨਹੀਂ ਕਿਤੇ ਜਾਣਾ ਵੀ ਹੈ ਕਿ ਵੈਸੇ ਕਹਾਣੀ ਹੈ। ਹਜ਼ੂਰ ਨੇ ਕਿਹਾ ਪਧਾਰੇ, ਪਧਾਰੇਦਾਰ ਉੱਥੇ ਜਾਂਦੇ ਨੇ। ਜਦੋਂ ਉੱਥੇ ਗਏ ਤੇ ਨਾਲ ਕੀ ਗਿਆ, ਨਾਲ ਕੀ ਤੁਰਿਆ, ਜੋ ਕੁਝ ਸੀ ਇੱਕ ਝਟਕੇ ਨਾਲ ਮੌਤ ਨੇ ਖੋਹ ਲਿਆ ਇੱਕਦਮ। ਹਾਂ, ਇੱਕ ਚੀਜ਼ ਉਹ ਨਹੀਂ ਸੀ ਖੋ ਸਕਦੀ। ਤੁਸੀਂ 12ਵਾਂ ਮਾਝ ਵਿੱਚ ਬਚਨ ਸੁਣੋਗੇ, ਹਜ਼ੂਰ ਕਹਿੰਦੇ ਇਕਸ ਹਰਿ ਕੈ ਨਾਮ ਬਿਨ ਅੱਗੇ ਲਈਐ ਖੋਹੇ। ਜਦੋਂ ਅਸੀਂ ਅੱਗੇ ਜਾਵਾਂਗੇ, ਇਸ ਹੱਦ ਨੂੰ ਤਿਆਗ ਦਿਆਂਗੇ, ਅੱਗੇ ਨਿਕਲਾਂਗੇ, ਤਾਂ ਅਗਲੀ ਦੁਨੀਆ ਵਿੱਚ ਜਾਂਦਿਆਂ ਸਾਰ ਨਾਮ ਤੋਂ ਬਿਨਾਂ ਜੋ ਜੋ ਕੁਝ ਸਾਡੇ ਕੋਲ ਹੈ ਉਹ ਇੱਕਦਮ ਖੋਹ ਲਿਆ ਜਾਏਗਾ, ਸਾਡੇ ਹੱਥਾਂ ਵਿੱਚੋਂ ਛੁੱਟ ਜਾਏਗਾ। ਇੱਕ ਤੇ ਨਾਮ ਅੱਗੇ ਜਾ ਸਕਦਾ ਹੈ, ਇੱਕ ਜਿਹੜੇ ਅਸੀਂ ਕਰਮ ਕਰਨੇ ਆ ਉਹ ਕਰਮਾਂ ਦੀ ਮੈਲ ਨਾਲ ਜਾਂਦੀ ਜ਼ਰੂਰ। ਸਤਿਗੁਰੂ ਨੇ ਬਚਨ ਕੀਤਾ ਬਾਣੀ, ਦੋ ਚੀਜ਼ਾਂ ਅਸੀਂ ਲੈ ਕੇ ਜਾ ਸਕਦੇ, ਇੱਕ ਨਾਮ, ਇੱਕ ਇਸ ਦੇਹ ਦੁਆਰਾ ਜਿੰਨੇ ਕਰਮ ਕੀਤੇ ਨੇ ਤੇ ਜਿੰਨੇ ਅਸੀਂ ਉਹਨਾਂ ਵਿੱਚ ਪ੍ਰਵਿਰਤ ਰਹੇ ਹਾਂ, ਬਹੁਤੇ ਡੁੱਬੇ ਰਹੇ, ਉਹ ਨਾਲ ਚਲੇ ਜਾਂਦੇ ਨੇ, ਉਹ ਸਾਡਾ ਪਿੱਛਾ ਕਰਦੇ ਨੇ, ਉਹ ਸਾਨੂੰ ਘੇਰ ਲੈਂਦੇ ਨੇ, ਮਰਦਿਆਂ ਸਾਰ ਘੇਰਾ ਪਾ ਲੈਂਦੇ। ਜੋ ਕੁਝ ਅਸੀਂ ਜਿਹੜੀ ਚੀਜ਼ ਨਾਲ ਬਹੁਤਾ ਸਨੇਹ ਕੀਤਾ, ਮੌਤ ਆਉਂਦਿਆਂ ਸਾਰ ਉਹ ਘੇਰਾ ਪਾ ਲੈਂਦੀਆਂ ਨੇ, ਚੌਹਾਂ ਪਾਸਿਓਂ ਘੇਰ ਲੈਂਦੀਆਂ ਨੇ। ਔਰ ਫਿਰ ਜਿਹੜੀ ਪ੍ਰਵਿਰਤੀ ਨਾਲ ਸਾਡਾ ਬਹੁਤਾ ਡੂੰਘਾ ਸਨੇਹ ਹੁੰਦਾ ਹੈ, ਅਗਲੀ ਯਾਤਰਾ ਸਰੀਰਾਂ ਦੀ ਉੱਧਰ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ 84 ਲੱਖ ਜੂਨਾਂ ਨੇ ਸ਼ੁਰੂ ਵਿੱਚ ਨਹੀਂ ਸਨ। ਜਿੰਨੀ ਪ੍ਰਕਾਰ ਦੇ ਸਾਡੇ ਸੁਭਾਅ ਬਣਦੇ ਨੇ, ਉਨੀ ਪ੍ਰਕਾਰ ਦੇ ਕੁਦਰਤ ਸਰੀਰ ਤਿਆਰ ਕਰ ਦਿੰਦੀ ਹੈ। ਜਿੰਨੀ ਪ੍ਰਕਾਰ ਦੇ ਇੱਥੇ ਸੁਭਾਅ ਬਣਦੇ ਨੇ, ਜਦੋਂ ਬੰਦੇ ਦੇ ਸੁਭਾਅ ਬਿਲਕੁਲ ਖਤਮ ਹੋ ਜਾਣਗੇ ਉਦੋਂ ਕੋਈ ਸਰੀਰ ਨਹੀਂ ਮਿਲੇਗਾ ਉਸ ਨੂੰ। ਜਦੋਂ ਪਾਣੀ ਵਿੱਚ ਪਾਣੀ ਮਿਲ ਗਿਆ ਨਾ, ਜਿਵੇਂ ਆਪਾਂ ਕੱਲ੍ਹ ਸ਼ਾਇਦ ਇਹ ਵਿਸ਼ਾ ਲਿਆ ਸੀ ਵੀ ਜਦੋਂ ਅਸੀਂ ਆਪਣੇ ਸਰੀਰ ਦੇ ਉੱਤੋਂ ਮਨ ਵਿੱਚੋਂ ਸਾਰੇ ਸੁਭਾਅ ਲਾਹ ਦਿਆਂਗੇ ਤੇ ਸਾਡਾ ਅਸਲੀ ਸੁਭਾਅ ਅੰਦਰੋਂ ਨਿਕਲੇਗਾ, ਉਹਨੂੰ ਪ੍ਰੇਮ ਕਹਿੰਦੇ ਨੇ। ਫਿਰ ਦੇਹ ਨਹੀਂ ਮਿਲ ਸਕਦੀ, ਦੇਹ ਦੀ ਲੋੜ ਹੀ ਨਹੀਂ, ਫਿਰ ਸਰੀਰ ਦੀ ਜ਼ਰੂਰਤ ਹੀ ਨਹੀਂ ਰਹੀ, ਕਿਉਂਕਿ ਸਰੀਰ ਦੀ ਜ਼ਰੂਰਤ ਪੈਂਦੀ ਹੈ ਸੰਪਰਕ ਕਰਨ ਵਾਸਤੇ। ਜਿਵੇਂ ਮੈਂ ਬੇਨਤੀ ਕਰਾਂ, ਅਸੀਂ ਦੂਰ ਬੈਠੇ ਹਾਂ, ਕੋਈ ਆਦਮੀ 200 ਕਿਲੋਮੀਟਰ ਦੂਰ ਹੈ ਤੇ ਉਹਦੇ ਨਾਲ ਸੰਪਰਕ ਕਰਨਾ ਹੈ, ਲੋੜ ਪਏਗੀ ਨਾ ਸਾਧਨ ਦੀ, ਚਿੱਠੀ ਦੀ ਪਏਗੀ ਜਾਂ ਸੈੱਲ ਫੋਨ ਸਾਨੂੰ ਚਾਹੀਦਾ ਉਹਦੇ ਨਾਲ ਗੱਲ ਕਰਨ ਲਈ, ਸੰਪਰਕ ਕਰਨਾ ਹੈ। ਪਰ ਜਦੋਂ ਉਹ ਆਦਮੀ ਸਾਡੇ ਕੋਲ ਹੀ ਆ ਗਿਆ, ਸਾਹਮਣੇ ਆ ਗਿਆ, ਤਾਂ ਮੋਬਾਈਲ ਰੱਖ ਦਿੱਤਾ, ਫਿਰ ਉਹਦੇ ਸਾਹਮਣੇ ਬਹਿ ਕੇ ਮੋਬਾਈਲ ਦੀ ਜ਼ਰੂਰਤ ਹੀ ਖਤਮ ਹੋ ਗਈ, ਉਹ ਰੱਖਣਾ ਹੀ ਪਏਗਾ, ਉਹਦੀ ਲੋੜ ਹੀ ਨਹੀਂ ਹੈ। ਤੇ ਜਿੱਦਣ ਅੰਦਰੋਂ ਮੈਲ ਉਤਰ ਗਈ ਉਦਣ ਸਿੱਧੇ ਸੰਪਰਕ ਹੋ ਜਾਣਗੇ ਸਾਰੇ ਸੰਸਾਰ ਨਾਲ, ਦੇਹ ਦੀ ਲੋੜ ਨਹੀਂ ਰਹਿੰਦੀ, ਫਿਰ ਤਾਂ ਮੋਬਾਈਲ ਦੀ ਜ਼ਰੂਰਤ ਹੀ ਨਹੀਂ, ਕੋਲ ਪਿਆ। ਸਰੀਰ ਇੱਕ ਸੰਪਰਕ ਦਾ ਸਾਧਨ ਹੈ, ਸਿਰਫ ਹੋਰ ਕੁਝ ਵੀ ਨਹੀਂ। ਤੇ ਜਿੱਦਣ ਉਹਦੇ ਨਾਲ ਸਿੱਧੇ ਸੰਪਰਕ ਹੋ ਗਏ ਤਾਂ ਫਿਰ ਕੀ ਕਰਨਾ ਇਹਦਾ, ਜਿਸ ਥਾਲੀ ਵਿੱਚ ਭੋਜਨ ਖਾ ਲਿਆ ਹੁਣ ਚੁੱਕੀ ਥੋੜ੍ਹੀ ਫਿਰਨਾ, ਉਸ ਨੂੰ ਉੱਥੇ ਛੱਡ ਦਿੰਦਾ ਮਨੁੱਖ ਉੱਥੇ। ਇਸ ਕਰਕੇ ਜਿਹੜੇ ਸੱਚ ਨਾਲ ਜੁੜ ਗਏ ਉਹਨਾਂ ਨੂੰ ਦੇਹ ਦੀ ਜ਼ਰੂਰਤ ਨਹੀਂ ਰਹੀ, ਛੱਡਣ ਤੋਂ ਪਹਿਲਾਂ ਹੀ ਛੱਡ ਗਿਆ। ਤੁਸੀਂ ਵੇਖਿਆ ਹੋਵੇਗਾ ਵਿਦੇਹ ਮੁਕਤ ਇੱਕ ਸ਼ਬਦ ਆਉਂਦਾ ਨਾ, ਦੇਹ ਦੇ ਹੁੰਦੇ ਮੁਕਤ ਹੋ ਜਾਣਾ, ਸਰੀਰ ਦੇ ਹੁੰਦੇ ਮੁਕਤ ਹੋ ਜਾਣਾ। ਐਸੇ ਐਸੇ ਮਹਾਂ
ਯੋਗੀਆਂ ਦੀ, ਮਹਾਂਪੁਰਸ਼ਾਂ ਦੀ, ਜਿਹੜੇ ਪੂਰੀ ਤਰ੍ਹਾਂ ਦੇਹ ਤੋਂ ਮੁਕਤ ਹੋ ਗਏ, ਉਹਨਾਂ ਦੇ ਜੀਵਨ ਪੜ੍ਹੇ ਨੇ ਕਿ ਦੇਹ ਦੇ ਹੁੰਦਿਆਂ ਹੀ ਖਾਣਾ ਪੀਣਾ ਛੁੱਟ ਗਿਆ, ਘੱਟ ਹੋ ਗਿਆ, ਕਿਉਂਕਿ ਲੋੜ ਨਹੀਂ ਰਹੀ। ਤਾਂ ਉੱਥੇ ਨਾਲ ਜਾਂਦਾ ਫਿਰ ਜਦੋਂ ਹਜ਼ੂਰ ਕਹਿੰਦੇ ਨੇ, ਇੱਕ ਸਹਰ ਕੈ ਨਾਮ ਬਿਨ ਅੱਗੇ ਲਈਐ ਖੋ। ਇੱਕ ਨਾਮ ਅੱਗੇ ਜਾ ਸਕਦਾ, ਇੱਕ ਮਨੁੱਖ ਦੇ ਕਰਮ ਉਹਦੇ ਨਾਲ ਤੁਰਦੇ ਨੇ, ਉਹਦੇ ਸੰਗੀ ਸਾਥੀ ਬਣਦੇ, ਉਹਦੀ ਤਸਵੀਰ ਉਸ ਤਰ੍ਹਾਂ ਦੀ ਬਣ ਜਾਂਦੀ, ਉਹਦਾ ਆਲਾ ਦੁਆਲਾ ਉਸ ਤਰ੍ਹਾਂ ਦਾ ਬਣ ਜਾਂਦਾ, ਉਸ ਤਰ੍ਹਾਂ ਦੀ ਦੁਨੀਆ ਮਿਲ ਜਾਂਦੀ। ਤਾਂ ਜਿਹੜੀਆਂ ਦੇਹਾਂ ਬਣਦੀਆਂ ਨੇ, ਸਰੀਰ ਬਣਦੇ ਨੇ, ਉਹ ਬੰਦੇ ਦੀ ਸੁਰਤ ਕਰਕੇ ਬਣਦੇ ਨੇ। ਦੇਹਾਂ ਪੈਦਾ ਹੁੰਦੀਆਂ ਨੇ। ਮੈਂ ਪਿੱਛੇ ਜੀ ਪੜ੍ਹ ਰਿਹਾ ਸੀ ਵੀ ਇੱਕ ਮੱਛੀ ਇਸ ਤਰ੍ਹਾਂ ਦੀ ਪੈਦਾ ਹੋਈ ਹੈ, ਕਿਤੇ ਸਮੁੰਦਰ ਦੇ ਕਿਸੇ ਕੋਨੇ ਵਿੱਚ ਹੈ, ਜਿਹਦੇ ਸਰੀਰ ਦੇ ਵਿੱਚੋਂ ਦਿਨ ਰਾਤ ਬਦਬੂ ਆਉਂਦੀ ਹੈ, ਲਗਾਤਾਰ ਬਦਬੂ ਉਹਦਾ ਜੀਵਨ ਹੈ। ਇਹ ਸਾਨੂੰ ਆਵੇਗੀ, ਜਿਹੜੇ ਜੀਵ ਨੇ ਉੱਥੇ ਜਨਮ ਲਿਆ ਉਹਨੂੰ ਉਹ ਬਦਬੂ ਨਹੀਂ ਲੱਗਦੀ, ਕਿਉਂਕਿ ਉਹਨੇ ਇਸ ਧਰਤੀ ਦੇ ਉੱਤੇ ਕਰਮ ਇੰਨੇ ਗਲੀਚ ਕੀਤੇ, ਇੰਨੇ ਗੰਦੇ ਕੀਤੇ ਕਿ ਉਹਦੀ ਸੁਰਤ ਇਸ ਤਰ੍ਹਾਂ ਦੀ ਬਣ ਗਈ ਤੇ ਕੁਦਰਤ ਨੇ ਦੇਹ ਨਵੀਂ ਬਣਾਈ ਉਹਨੂੰ ਜਨਮ ਦੇਣ ਲਈ। ਉਸ ਤਰ੍ਹਾਂ ਦਾ ਸਰੀਰ ਉਹਦਾ ਬਣ ਗਿਆ, ਉਸ ਤਰ੍ਹਾਂ ਦਾ ਬਦਬੂ ਵਾਲਾ। ਸਾਨੂੰ ਬਦਬੂ ਆਵੇਗੀ, ਉਸ ਨੂੰ ਨਹੀਂ। ਉਹਦੀ ਮੰਗ ਹੈ, ਉਹਦੀ ਜ਼ਰੂਰਤ ਹੈ। ਇਸ ਕਰਕੇ ਜਿਹੀ ਸੁਰਤ ਤੇਹ ਰਾਹ ਜਾਏ, ਗੁਰਬਾਣੀ ਦਾ ਇੱਕ ਤਜਰਬਾ ਹੈ। ਜਿਵੇਂ ਦੇ ਅਸੀਂ ਹਾਂ ਉਵੇਂ ਦੀਆਂ ਦੇਹਾਂ ਸਾਨੂੰ ਅੱਗੋਂ ਮਿਲਣਗੀਆਂ, ਗੁਰੂ ਸਾਹਿਬ ਬਾਣੀ ਵਿੱਚ ਕਹਿ ਰਹੇ ਨੇ। ਤਾਂ ਅੱਗੇ ਨਾਲ ਕਰਮ ਜਾਂਦੇ ਨੇ, ਬਾਕੀ ਇੱਥੇ ਛੁੱਟ ਜਾਂਦਾ ਹੈ। ਹਜ਼ੂਰ ਨੇ ਬਚਨ ਕੀਤੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਕੱਪੜੇ, ਸੁਹਾਵਣਾ ਰੂਪ, ਜਿਹਦੇ ਉੱਤੇ ਮਨੁੱਖ ਦਿਨ ਰਾਤ ਕੰਮ ਕਰਦਾ, ਰੂਪ ਦੇ ਉੱਤੇ ਇਹਦਾ ਧਿਆਨ ਨਿਰੰਤਰ ਕੰਮ ਕਰ ਰਿਹਾ, ਆਪਣੇ ਆਪ ਵਿੱਚ ਧਿਆਨ ਰਹਿੰਦਾ, ਮੈਂ ਕਿਵੇਂ ਦਾ ਹਾਂ। ਤਾਂ ਇਹ ਕਹਿੰਦੇ ਇੱਕਦਮ ਛੁੱਟਦਾ ਹੈ। ਇਹ ਤੇ ਮਿੱਟੀ ਤੇ ਪਾਣੀ ਔਰ ਅੱਗ ਦੀ ਖੇਲ ਹੈ। ਸੁੰਦਰਤਾ ਜਿਹੜੀ ਹੈ ਉਹਦੇ ਦੁਆਰਾ ਭਖ ਰਿਹਾ ਚਿਹਰਾ, ਹੋਰ ਕੁਝ ਵੀ ਨਹੀਂ। ਅਗਨੀ ਥੋੜ੍ਹੀ ਜਿਹੀ ਡਾਊਨ ਹੋ ਜਾਏ, ਚਿਹਰਾ ਉਤਰ ਜਾਂਦਾ, ਉੱਥੇ ਸੁੰਦਰਤਾ ਗਈ, ਸਮਾਪਤੀ ਹੋ ਗਈ। ਤਾਂ ਇੱਥੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਮਹਾਰਾਜ ਕੱਪੜਾ ਤੇ ਰੂਪ ਤੇ ਇੱਥੇ ਛੱਡ ਦਿੱਤਾ, ਫਿਰ ਨਾਲ ਕੀ ਗਿਆ? ਕਹਿਣ ਲੱਗੇ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਦੋ ਚੀਜ਼ਾਂ ਨਾਲ ਗਈਆਂ, ਮੰਦਾ ਔਰ ਚੰਗਾ। ਹੁਣ ਮੰਦਾ ਕੀ ਹੈ ਤੇ ਚੰਗਾ ਕੀ, ਇਹਦੇ ਬਾਰੇ ਸਾਨੂੰ ਸਮਝ ਨਹੀਂ ਆਉਂਦੀ। ਗੁਰਬਾਣੀ ਨੇ ਮੰਦਾ ਦਾ ਅਰਥ ਕੀਤਾ ਹੈ। ਮੰਦਾ ਦਾ ਅਰਥ ਆਪਾਂ ਕਈ ਵਾਰੀ ਕਹਿੰਦੇ ਹਾਂ ਘਾਟੇ ਵਾਲਾ ਸੌਦਾ। ਆਪਾਂ ਕਈ ਵਾਰੀ ਕਹਿੰਦੇ ਹਾਂ ਬਾਜ਼ਾਰ ਦੇ ਵਿੱਚ ਮੰਦੀ ਚੱਲ ਰਹੀ ਹੈ। ਮੰਦੀ ਦਾ ਅਰਥ ਜਿਹਦੇ ਵਿੱਚ ਘਾਟਾ ਪੈ ਰਿਹਾ। ਅਸੀਂ ਉਹਨਾਂ ਚੀਜ਼ਾਂ ਦਾ ਇੱਥੇ ਵਪਾਰ ਤੇ ਉਹਨਾਂ ਚੀਜ਼ਾਂ ਦੀ ਇਕੱਤਰਤਾ, ਉਹਨਾਂ ਨੂੰ ਇਕੱਠਾ ਕਰ ਲਿਆ ਜਿਹੜੀ ਮੰਦੀ ਵਾਲੀਆਂ ਸਨ, ਜਿਨ੍ਹਾਂ ਵਿੱਚੋਂ ਘਾਟਾ ਪੈਣ ਵਾਲਾ ਸੀ, ਜਿਹੜੀਆਂ ਖੋਟੀਆਂ ਹੋਣ ਵਾਲੀਆਂ ਸਨ। ਜਿਵੇਂ ਮੈਂ ਬੇਨਤੀ ਕਰਾਂ ਵੀ ਜੇ ਅਸੀਂ 20 ਸਾਲ ਲਾ ਕੇ, ਮੰਨ ਲਓ ਕਿਸੇ ਜ਼ਿਮੀਂਦਾਰ ਨੇ ਇੱਕ ਰੁੱਖ ਲਾਏ ਸਾਰੀ ਜ਼ਮੀਨ ਦੇ ਵਿੱਚ, ਪਪੂਲਰ ਲਾਇਆ, ਹੋਰ ਸਫੈਦਾ ਲਾ ਦਿੱਤਾ, ਕੋਈ ਵੀ ਰੁੱਖ ਲਾਇਆ ਤੇ 20 ਸਾਲ ਉਹਦੀ ਪਰਵਰਿਸ਼ ਕਰਦਾ ਰਿਹਾ। 20 ਸਾਲ ਉਹਨੇ ਜ਼ਮੀਨ ਵਿੱਚੋਂ ਹੋਰ ਕੁਝ ਬੀਜਿਆ ਵੀ ਨਹੀਂ, ਵੱਢਿਆ ਵੀ ਨਹੀਂ, ਜ਼ਮੀਨ ਵੀ ਉਹਦੇ ਵਿੱਚ ਲਾ ਦਿੱਤੀ, ਖਰਚ ਵੀ ਲਾਇਆ, ਸਮਾਂ ਵੀ ਲਾਇਆ। ਤੇ 20 ਸਾਲਾਂ ਬਾਅਦ ਜਦੋਂ ਉਹ ਰੁੱਖ ਤਿਆਰ ਹੋਇਆ ਨਾ, ਉਹਦੀ ਤਿਆਰੀ ਹੋ ਗਈ ਵੀ ਹੁਣ ਇਹਨੂੰ ਵੇਚਣਾ ਹੈ, ਤੇ ਵੱਢ ਕੇ ਮੰਡੀ ਵਿੱਚ ਲੈ ਕੇ ਗਿਆ। ਉਹਨਾਂ ਪੁੱਛਿਆ ਕੀ ਹੈ? ਉਹਨਾਂ ਕਿਹਾ ਜੀ ਇਹਦੀ ਤਾਂ ਇੱਥੇ ਲੋੜ ਹੀ ਕੋਈ ਨਹੀਂ ਸਾਨੂੰ, ਇਹ ਇੱਥੇ ਵਿਕਦੇ ਨਹੀਂ, ਲੈ ਜਾਓ ਵਾਪਸ, ਇੱਥੇ ਨਹੀਂ ਵਿਕਦਾ, ਸਿੱਟ ਦਿਓ ਇਸ ਨੂੰ। ਤਾਂ ਤੁਸੀਂ ਵੇਖ ਲਵੋਗੇ ਵੀ ਉਸ ਜ਼ਿਮੀਂਦਾਰ ਨੂੰ ਉਸ ਵਕਤ ਕਿੰਨਾ ਅਫਸੋਸ ਹੋਵੇਗਾ, ਕਿੰਨਾ ਦੁੱਖ ਆਏਗਾ। ਬਸ ਮੌਤ ਤੋਂ ਬਾਅਦ ਬੰਦੇ ਨੂੰ ਇਹੀ ਦੁੱਖ ਆਉਂਦਾ ਹੈ ਕਿ ਉਹਨੇ 50, 60, 80 ਸਾਲ ਜੋ ਕੁਝ ਕੀਤਾ ਸੀ ਉਹ ਅੱਗੇ ਉਹਦਾ ਮੁੱਲ ਹੀ ਕੋਈ ਨਹੀਂ ਪੈ ਰਿਹਾ, ਸਭ ਪਿੱਛੇ ਧੱਕ ਦਿੱਤਾ ਜਾਂਦਾ ਹੈ। ਲੈ ਜਾਓ ਇਸ ਨੂੰ ਵਾਪਸ, ਹੁਣ ਫਿਰ ਜਾਓ, ਫਿਰ ਬੀਜ ਕੇ ਲਿਆਓ। ਇਸ ਕਰਕੇ ਕੁਦਰਤ ਵਾਰ-ਵਾਰ ਜਨਮ ਕਿਉਂ ਦਿੰਦੀ ਹੈ ਮਨੁੱਖ ਨੂੰ? ਜਿਵੇਂ ਉਸ ਜ਼ਿਮੀਂਦਾਰ ਨੇ 20 ਸਾਲ ਤੱਕ ਕੀਤਾ ਤੇ ਉਹਨੂੰ ਕਹਿਣਗੇ ਫਿਰ ਵਾਪਸ ਜਾਓ ਆਪਣੇ ਖੇਤ ਵਿੱਚ,
ਹੁਣ ਅਸੀਂ ਤੁਹਾਨੂੰ ਕਹਿੰਦੇ ਆ ਇਹਦੇ ਵਿੱਚ ਕੀ ਬੀਜਣਾ, ਫਿਰ ਅਸੀਂ ਇਹਨੂੰ ਖਰੀਦਾਂਗੇ। ਇਸ ਤਰ੍ਹਾਂ ਇਸ ਧਰਤੀ ਤੇ ਸਾਨੂੰ ਭੇਜਿਆ ਔਰ ਨਾਲ ਗੁਰੂ ਨੂੰ ਭੇਜਿਆ ਵੀ ਤੁਸੀਂ ਦੱਸੋ ਇਹਨਾਂ ਨੂੰ ਬੀਜਣਾ ਕੀ ਹੈ, ਇੱਥੇ ਕੀ ਬੀਜਣਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ, ਇਹ ਫਸਲ ਵਿਕੇਗੀ ਇਸ ਅਗਲੀ ਮੰਡੀ ਵਿੱਚ। ਤਾਂ ਅਸੀਂ ਜਿਹੜੀ ਫਸਲ ਬੀਜਨੇ ਆ ਪਹਿਲਾਂ ਉਹਦਾ ਇਹ ਫਿਕਰ ਕਰਨੇ ਆ ਵੀ ਇਹਦਾ ਮੰਡੀਕਰਨ ਵੀ ਹੈ ਕਿ ਨਹੀਂ, ਬਾਜ਼ਾਰ ਵਿੱਚ ਇਹਨੂੰ ਖਰੀਦਿਆ ਵੀ ਜਾਏਗਾ ਕਿ ਨਹੀਂ। ਤਾਂ ਜਿਹੜੀਆਂ ਫਸਲਾਂ ਬਾਜ਼ਾਰ ਵਿੱਚ ਨਹੀਂ ਵਿਕਦੀਆਂ ਉਹ ਫੇਲ ਹੋ ਜਾਂਦੀਆਂ ਨੇ, ਉਹ ਕੂੜਾ ਹੋ ਜਾਂਦੀਆਂ ਨੇ, ਉਹ ਬੇਕਾਰ ਹੋ ਜਾਂਦੀਆਂ ਨੇ। ਤਾਂ ਇਹ ਗੁਰੂ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਵੀ ਆਹ ਜਿਹੜੀਆਂ ਚੀਜ਼ਾਂ ਨੂੰ ਤੂੰ ਬਹੁਤਾ ਇਕੱਠਾ ਕਰ ਰਿਹਾ ਨਾ, ਜਿੱਦਣ ਇਹਨਾਂ ਦਾ ਮੁੱਲ ਪੈਣ ਦੀ ਵਾਰੀ ਆਈ ਇਹਨਾਂ ਦਾ ਖੱਟਿਆ ਕੁਝ ਨਹੀਂ ਜਾਏਗਾ। ਕੁਝ ਉਹ ਵੀ ਕਰ ਜੋ ਅਗਲੀ ਮੰਡੀ ਵਿੱਚ ਵਿਕ ਜਾਏ, ਉੱਥੇ ਇਹਨੂੰ ਕੋਈ ਖਰੀਦ ਲਵੇ, ਚੁੱਕ ਲਵੇ। ਤਾਂ ਨਹੀਂ ਤਾਂ ਤੇਰੀ ਫਸਲ ਗਲ ਜਾਏਗੀ ਉੱਥੇ ਪਈ ਪਈ, ਕਿਸੇ ਨੇ ਖਰੀਦਣੀ ਨਹੀਂ। ਕੌਣ ਖਰੀਦੇਗਾ ਇਹਨੂੰ? ਇੱਥੇ ਹੀ ਪਿਆ ਹੋਇਆ, ਸਭ ਰਹਿ ਗਿਆ, ਸਭ ਛੱਡ ਗਿਆ, ਇੱਥੇ ਸਭ ਰਹਿ ਗਿਆ। ਤਾਂ ਸਤਿਗੁਰੂ ਨੇ ਬਚਨ ਕੀਤੇ, ਅੱਗੇ ਸਿਰਫ ਇਹਦੇ ਜੀਵਨ ਦੇ ਕਰਮ, ਇਹਨੇ ਜਿਵੇਂ ਦਾ ਜੀਵਨ ਜੀਵਿਆ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹਜ਼ੂਰ ਅੱਗੇ ਕਹਿੰਦੇ ਹੁਕਮ ਕੀਏ ਮਨ ਭਾਵੰਦੇ। ਇੱਥੇ ਰਹਿੰਦੇ ਆਪਾਂ ਕਿਹੜੀ ਗਲਤੀ ਕੀਤੀ? ਮਨ ਭਾਵੰਦੇ ਦਾ ਅਰਥ ਹੈ ਜੋ ਮਨ ਕਹਿੰਦਾ ਸੀ ਉਸ ਤਰ੍ਹਾਂ ਕਰੀ ਗਏ, ਜੋ ਮਨ ਕਹਿੰਦਾ ਸੀ ਉਸੇ ਤਰ੍ਹਾਂ ਕਰੀ ਗਏ। ਹੁਕਮ ਕੀਏ ਮਨ ਭਾਵੰਦੇ, ਮਨ ਭਾਉਂਦੀਆਂ ਮੌਜਾਂ ਕੀਤੀਆਂ, ਮਨ ਭਾਉਂਦਾ ਜੀਵਨ ਜੀਵਿਆ। ਉਸ ਮਨੁੱਖ ਦਾ ਜੀਵਨ ਸ਼ੁਭ ਨਹੀਂ ਜਿਹੜਾ ਮਨ ਦੇ ਅਨੁਸਾਰ ਚੱਲ ਰਿਹਾ, ਉਹਦੇ ਉੱਤੇ ਪ੍ਰੈਸ਼ਰ ਨਹੀਂ ਦਿੰਦਾ, ਉਹਦੇ ਉੱਤੇ ਦਬਾਅ ਨਹੀਂ ਦਿੰਦਾ ਵਾਪਸੀ। ਇਹ ਠੀਕ ਹੈ ਕਿ ਮਨ ਇੱਕ ਇਸ ਤਰ੍ਹਾਂ ਦਾ ਯੰਤਰ ਹੈ ਜਿਹੜਾ ਸਰੀਰ ਦੀਆਂ ਲੋੜਾਂ ਬਾਰੇ ਬੋਲਦਾ ਹੈ ਵੀ ਇਹਨੂੰ ਇਹ ਚਾਹੀਦਾ, ਉਹਨੇ ਤੇ ਰਿਪੋਰਟ ਦੇਣੀ ਹੈ, ਪਰ ਉਹਨੂੰ ਕਿੰਨਾ ਕੁ ਦੇਣਾ ਹੈ ਇਹ ਮਨੁੱਖ ਦੀ ਬੁੱਧੀ ਫੈਸਲਾ ਕਰਦੀ ਹੈ। ਤੇ ਬੁੱਧੀ ਉਹ ਠੀਕ ਫੈਸਲਾ ਕਰੇਗੀ ਜਿਹੜੀ ਗੁਰੂ ਨਾਲ ਜੁੜੀ ਹੋਵੇਗੀ। ਮਨ ਨੇ ਤਾਂ ਮੰਗੀ ਹੀ ਜਾਣਾ, ਉਹ ਕੁਦਰਤੀ ਮੰਗੇਗਾ, ਉਹਨੂੰ ਬਣਾਇਆ ਹੀ ਇਸ ਵਾਸਤੇ ਹੈ ਵੀ ਮਨ ਵਿੱਚੋਂ ਖਬਰ ਦੇਗਾ ਵੀ ਮੈਨੂੰ ਭੁੱਖ ਲੱਗੀ, ਉਹਨੇ ਤੇ ਖਬਰ ਦੇਣੀ ਹੈ, ਉਹਨੇ ਸਿਰਫ ਸੁਨੇਹਾ ਦੇਣਾ ਹੈ ਤੇ ਬੁੱਧੀ ਨੂੰ ਸੁਨੇਹਾ ਮਿਲੇਗਾ। ਹੁਣ ਜਦੋਂ ਉਹਨੇ ਖਬਰ ਦਿੱਤੀ ਭੁੱਖ ਲੱਗੀ ਹੈ, ਤੇ ਜੇ ਬੁੱਧੀ ਗੁਰੂ ਨਾਲ ਜੁੜੀ ਹੈ ਤੇ ਉਥੋਂ ਜਾਣ ਲਵੇਗੀ ਵੀ ਇਸ ਸਰੀਰ ਨੂੰ ਕੀ ਖਵਾਉਣਾ ਹੈ, ਕੀ ਪਿਆਉਣਾ ਹੈ, ਕੀ ਕਰਨਾ ਹੈ, ਤਾਂ ਫਿਰ ਉਹ ਠੀਕ ਸਰੀਰ ਚੱਲੇਗਾ। ਇਸ ਕਰਕੇ ਹੁਕਮ ਕੀਏ ਮਨ ਭਾਵੰਦੇ, ਤੇ ਜੇ ਬੁੱਧੀ ਜਿਹੜੀ ਹੈ ਉਹਨੂੰ ਪਾਸੇ ਕਰ ਦਿੱਤਾ ਅਸੀਂ ਵਿੱਚੋਂ, ਮਨ ਦੇ ਆਧਾਰ ਤੇ ਜਿਉਣਾ ਸ਼ੁਰੂ ਕਰ ਦਿੱਤਾ, ਤਾਂ ਮਨ ਜਿਹੜਾ ਉਹ ਤਾਂ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਸਾਡੀ ਸਾਂਝ ਪਵਾ ਦੇਗਾ ਜੋ ਅਖੀਰ ਤੇ ਦੁੱਖ ਦਾ ਕਾਰਨ ਬਣਦੀਆਂ। ਇਸ ਕਰਕੇ ਹੁਕਮ ਕੀਏ ਮਨ ਭਾਵੰਦੇ, ਰਾਹ ਭੀੜਾ ਅੱਗੇ ਜਾਵਣਾ, ਅਗਲਾ ਰਾਹ ਬਹੁਤ ਭੀੜਾ ਹੈ, ਉੱਥੋਂ ਲੰਘਿਆ ਨਹੀਂ ਜਾਂਦਾ, ਬੜੀਆਂ ਭੀੜੀਆਂ ਗਲੀਆਂ ਨੇ, ਬਹੁਤ ਔਖਾ ਲੰਘਣਾ ਉਸ ਥਾਂ ਤੋਂ। ਤਾਂ ਮਨੁੱਖ ਨੂੰ ਇਹ ਸਮਝਾਇਆ ਗਿਆ ਵੀ ਅੱਗੇ ਵੀ ਕੁਝ ਹੈ, ਇਕੱਲਾ ਇੱਥੇ ਨਹੀਂ। ਹਾਂ, ਗੁਰੂ ਸਾਹਿਬ ਨੇ ਇਹ ਗੱਲ ਜ਼ਰੂਰ ਕਹੀ, ਜਿਵੇਂ ਦਾ ਤੂੰ ਇੱਥੇ ਜੀਵੇਂਗਾ ਉਵੇਂ ਦਾ ਤੇਰਾ ਅਗਲਾ ਸੰਸਾਰ ਹੋਵੇਗਾ। ਜਿਵੇਂ ਦਾ ਇੱਥੇ ਜੋ ਕੁਝ ਤੂੰ ਇੱਥੇ ਹੈ ਉਹ ਹੀ ਤੈਨੂੰ ਉੱਧਰ ਮਿਲ ਜਾਏਗਾ। ਇਹ ਨਹੀਂ ਵੀ ਇੱਥੇ ਤੂੰ ਗਲਤ ਕਰਦਾ ਰਹੇ ਤੇ ਪਿੱਛੋਂ ਤੈਨੂੰ ਕੋਈ ਕੋਰੀਅਰ ਕਰ ਦੇਗਾ, ਨਹੀਂ ਹੋ ਸਕਦਾ। ਉਸ ਥਾਂ ਤੇ ਕੁਝ ਨਹੀਂ ਪਹੁੰਚਦਾ। ਸਾਹਿਬ ਨੇ ਬਚਨ ਕੀਤੇ ਨੇ, ਇੱਕ ਬੜਾ ਪਿਆਰਾ ਉਦਾਹਰਨ ਮੈਂ ਪੌੜੀ ਪੂਰੀ ਕਰਕੇ ਉਹ ਵੀ ਉਦਾਹਰਨ ਛੋਟਾ ਜਿਹਾ ਕਹਿੰਦਾ ਜਾਵਾਂ ਕਿ ਹੁਕਮ ਕੀਏ ਮਨ ਭਾਵੰਦੇ, ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਨਗਨ ਹੋ ਗਿਆ ਬਿਲਕੁਲ। ਜਦੋਂ ਆਇਆ ਸੀ ਉਦੋਂ ਤੇ ਸਰੀਰ ਕਰਕੇ ਨਗਨ ਸੀ, ਜਦੋਂ ਵਾਪਸ ਮੁੜਿਆ ਉਦੋਂ ਸੁਰਤ ਕਰਕੇ ਨੰਗਾ ਹੋ ਗਿਆ। ਸੁਰਤ ਨੂੰ ਜਿਵੇਂ ਅਸੀਂ ਲੁਕੋਇਆ, ਤਾਂ ਜਿਹੜੇ ਅਸੀਂ ਕਰਮ ਕਰਨੇ ਆ ਉਹ ਸਾਡੀ ਸੁਰਤ ਦੇ ਵਿੱਚ ਗੁਪਤ ਨੇ, ਇਸ ਵਕਤ ਬਾਹਰ ਨਹੀਂ ਦਿਸਣਗੇ, ਕਿਤੋਂ ਨਜ਼ਰ ਆ ਜਾਂਦੇ ਨੇ, ਮਨੁੱਖ ਦੀਆਂ ਹਰਕਤਾਂ ਤੋਂ, ਉਹਦੀਆਂ ਅੱਖਾਂ ਤੋਂ ਦਿਸ ਪੈਂਦੇ। ਪਰ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਸਰੀਰ ਛੱਡਦਾ ਮਨੁੱਖ ਤੇ ਕੱਲੀ ਇਹਦਾ ਅੰਦਰਲਾ ਸਰੀਰ ਜੋਤ ਰਹਿ ਜਾਂਦੀ, ਜਿੰਦ ਰਹਿ ਜਾਂਦੀ, ਤਾਂ ਜਿੰਨੇ ਇਹਨੇ ਜੇ ਮਾੜੇ ਕਰਮ ਕੀਤੇ ਨੇ ਉਹਨਾਂ ਦੇ ਵੀ ਦਾਗ ਦਿਸਦੇ ਨੇ,
ਜੇ ਚੰਗੇ ਕੀਤੇ ਨੇ ਉਹਨਾਂ ਦੇ ਵੀ ਦਾਗ ਲੱਗਦੇ ਨੇ, ਫਿਰ ਲੁਕਾਇਆ ਨਹੀਂ ਜਾ ਸਕਦਾ। ਤੁਸੀਂ ਇੱਕ ਹੁਕਮਨਾਮਾ ਵਾਰ-ਵਾਰ ਗੁਰੂ ਸਾਹਿਬ ਦਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਸੁਣੋਗੇ, ਜਿਹਦੇ ਵਿੱਚ ਸਾਹਿਬ ਕਹਿੰਦੇ ਨੇ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇਹ ਸਾਰਾ ਸ਼ਬਦ ਲੰਬਾ, ਮੈਂ ਵਿੱਚੋਂ ਜਿਹੜੀ ਤੁਕ ਸਾਂਝੀ ਕਰਨੀ। ਹਜ਼ੂਰ ਕਹਿੰਦੇ ਨੇ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾ ਹੀ ਜਾਏ। ਜਿਹੜੇ ਦਾਗ ਲੱਗ ਗਏ ਸਨ ਨਾ ਜੀਵਨ ਨੂੰ, ਉਹਨਾਂ ਕਰਮਾਂ ਦੇ ਜਿਹੜੇ ਕਰਮ ਸ਼ੁਭ ਨਹੀਂ ਸਨ, ਮਨੁੱਖੀ ਨਹੀਂ ਸਨ, ਤੇ ਜਦੋਂ ਉਹ ਦਾਗ, ਜਿਵੇਂ ਤੁਸੀਂ ਵੇਖੋਗੇ ਇੱਥੇ ਗੁਰੂ ਕੇ ਦਰਬਾਰ ਵਿੱਚ ਆਪ ਬੈਠੇ ਹੋ, ਹਰ ਇੱਕ ਮਨੁੱਖ ਯਤਨ ਕਰਦਾ ਵੀ ਮੈਂ ਆਪਣੇ ਸਰੀਰ ਨੂੰ, ਕੱਪੜੇ ਨੂੰ ਸਵੱਛ ਕਰਕੇ ਜਾਵਾਂ। ਇੱਥੇ ਜਦੋਂ ਕੋਈ ਬਾਹਰੋਂ ਆਵੇਗਾ ਤੇ ਪ੍ਰਬੰਧ ਕੀਤਾ ਗਿਆ ਬਾਹਰਲੇ ਪਾਸੇ ਕਿ ਪਾਣੀ ਛੱਡਿਆ ਗਿਆ, ਉਹ ਇਸ ਵਾਸਤੇ ਵੀ ਜਦੋਂ ਅਸੀਂ ਬਾਹਰੋਂ ਆਏ ਹਾਂ, ਸਾਡੇ ਜੋੜਿਆਂ ਦੇ ਵਿੱਚ ਕੋਈ ਨਾ ਕੋਈ ਮੈਲ ਹੋ ਸਕਦੀ ਹੈ, ਤਾਂ ਉਹ ਸਾਡੇ ਪੈਰ ਮਿੱਟੀ ਨਾਲ ਭਰੇ ਜਾ ਸਕਦੇ, ਤਾਂ ਅਸੀਂ ਪੈਰਾਂ ਨੂੰ ਸ਼ੁੱਧ ਕਰਕੇ ਜਾਈਏ, ਸਾਫ਼ ਕਰਕੇ ਜਾਈਏ। ਇਸੇ ਕਰਕੇ ਇੱਕ ਮਰਿਆਦਾ ਬਣੀ ਗੁਰਦੁਆਰੇ ਦੀ ਵੀ ਉਹਦੇ ਵਿੱਚ ਜੁਰਾਬਾਂ ਪਾ ਕੇ ਆਉਣਾ ਮਨਮਤ ਹੈ, ਰੋਕ ਹੈ ਇਹਦੇ ਉੱਤੇ, ਜੇ ਅਸੀਂ ਗੁਰੂ ਦੀ ਗੱਲ ਮੰਨੀਏ। ਪਰ ਅਸੀਂ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ। ਇੰਨੇ ਅਸੀਂ ਆਪਣੇ ਜੀਵਨ ਦੇ ਵਿੱਚ ਦੇਹਧਾਰੀ ਚੀਜ਼ਾਂ ਦੇ ਨਾਲ, ਵੈਸੇ ਅਸੀਂ ਬੜਾ ਜ਼ੋਰ ਦਿੰਦੇ ਹਾਂ, ਅਸੀਂ ਦੇਹਧਾਰੀ ਗੁਰੂ ਨੂੰ ਨਹੀਂ ਮੰਨਦੇ, ਚੰਗੀ ਗੱਲ ਹੈ। ਦੇਹਧਾਰੀ ਗੁਰੂ ਨੂੰ ਤੇ ਨਹੀਂ ਮੰਨ ਰਹੇ, ਆਪਣੀ ਦੇਹ ਨੂੰ ਤੇ ਮੰਨੀ ਜਾਂਦੇ ਹਨ। ਇਹ ਤੇ ਕਹਿੰਦੇ ਆ ਵੀ ਦੇਹਧਾਰੀ ਗੁਰੂ ਨੂੰ ਨਹੀਂ ਮੰਨਦੇ, ਇਹ ਚੰਗੀ ਗੱਲ ਹੈ। ਤੇ ਗੁਰੂ ਤਾਂ ਦੇਹਧਾਰੀ ਨਹੀਂ ਮੰਨਿਆ, ਆਪਣੀ ਦੇਹ ਦੀ ਤੇ ਪੂਜਾ ਦਿਨ ਰਾਤ ਹੈ ਨਾ, ਵੀ ਆਉਣਾ ਗੁਰਦੁਆਰੇ ਵਿੱਚ ਤੇ ਜਰਾਬਾਂ ਵੀ ਨਹੀਂ ਲਾਈਆਂ ਜਾਂਦੀਆਂ। ਤੇ ਮਨੁੱਖੀ ਸਰੀਰ ਦਾ ਜੁਰਾਬ ਜਿਹੜਾ ਇੱਕ ਉਹ ਵਸਤਰ ਹੈ ਜਿਹਦੇ ਵਿੱਚ ਇਹਦੇ ਸਰੀਰ ਦੀ ਸਭ ਤੋਂ ਜ਼ਿਆਦਾ ਦੁਰਗੰਧੀ ਹੁੰਦੀ ਹੈ। ਕਦੀ ਖਿਆਲ ਰੱਖਣਾ, ਜੁਰਾਬ ਜਿਹੜੀ ਹੈ ਨਾ, ਉਹ ਇਹ ਵਸਤਰ ਹੈ ਸਰੀਰ ਦਾ, ਕਿਉਂਕਿ ਸਾਰੀ ਐਨਰਜੀ ਸਿਸਟਮ ਜਿਹੜਾ ਪੈਰਾਂ ਵਿੱਚ ਆਉਂਦਾ ਹੈ, ਤੇ ਉਹਦਾ ਸੂਖਸ਼ਮ ਤੁਸੀਂ ਕਈ ਵਾਰੀ ਵੇਖੋਗੇ, ਇੰਨੀ ਸਮੈਲ, ਇੰਨੀ ਬਦਬੂ ਆਉਂਦੀ ਜਰਾਬਾਂ ਵਿੱਚ, ਜੇ ਕੋਈ ਧਿਆਨ ਨਾ ਰੱਖੇ, ਜੇ ਉਹਨਾਂ ਦੀ ਸਫਾਈ ਨਾ ਕਰੇ। ਇਸ ਕਰਕੇ ਸਮੁੱਚੇ ਤੌਰ 'ਤੇ ਵਿਚਾਰ ਕਰਕੇ ਮਰਿਆਦਾ ਦੇ ਅਨੁਸਾਰ ਤੇ ਇਹ ਕਹਿ ਦਿੱਤਾ ਗਿਆ ਵੀ ਜੁਰਾਬ ਪਾ ਕੇ ਗੁਰੂ ਕੇ ਦਰਬਾਰ ਵਿੱਚ ਨਹੀਂ ਆਉਣਾ, ਤਾਂ ਕਿ ਦੂਜਿਆਂ ਦੇ ਉੱਤੇ ਬੁਰਾ ਅਸਰ ਨਾ ਪਵੇ। ਤਾਂ ਮੈਂ ਜਿਹੜਾ ਉਦਾਹਰਨ ਲੈ ਰਿਹਾ ਸੀ ਵੀ ਜਦੋਂ ਅਸੀਂ ਇਸ ਦਰਬਾਰ ਵਿੱਚ ਆਉਂਦੇ ਹਾਂ, ਜੇ ਕੋਈ ਬਾਹਰੋਂ ਬੰਦਾ ਕਿਤੇ ਗੰਦੀ ਨਾਲੀ ਵਿੱਚੋਂ ਲਿਬੜ ਕੇ ਅੰਦਰ ਵੜ ਜਾਏ ਤੇ ਇੱਕਦਮ ਅਸੀਂ ਕਵਾਂਗੇ ਇਹਨੂੰ ਇੱਥੇ ਬਹਿਣ ਨਾ ਦੇਣਾ, ਗਾਰੇ ਨਾਲ, ਮਿੱਟੀ ਨਾਲ, ਚਿੱਕੜ ਨਾਲ ਭਰਿਆ ਹੋਵੇਗਾ। ਹਜ਼ੂਰ ਕਹਿੰਦੇ ਜਦੋਂ ਮਨੁੱਖ ਸਰੀਰ ਛੱਡ ਕੇ ਰੱਬ ਦੇ ਦਰਗਾਹ ਵਿੱਚ ਜਾਏਗਾ ਤਾਂ ਉੱਥੇ ਸਾਰੇ ਹੀ ਸਵੱਛ ਲੋਕ ਬੈਠੇ ਹੋਣਗੇ, ਸੁਰਤ ਦੇ ਤੌਰ 'ਤੇ ਧੁਪੇ ਹੋਏ, ਤੇ ਜਦੋਂ ਇਹ ਗਿਆ ਇਹਦੀ ਗੰਦਗੀ ਸਾਰੀ ਪ੍ਰਗਟ ਹੋ ਜਾਣੀ ਹੈ। ਉੱਥੇ ਫਿਰ ਚਾਦਰ ਨਹੀਂ ਲਈ ਜਾਣੀ, ਉੱਥੇ ਦਿਸ ਪਏਗਾ ਸਾਰਾ ਕੁਝ, ਕਿੰਨਾ ਕੁ ਲੋਭੀ ਹੈ, ਕਿੰਨਾ ਕੁ ਝੂਠਾ ਹੈ, ਕਿੰਨਾ ਫਰੇਬੀ ਹੈ, ਕਿੰਨਾ ਰਿਸ਼ਵਤਖੋਰ ਹੈ, ਕਿਤਨਾ ਬੇਈਮਾਨ ਹੈ। ਇਹ ਦਾਗ ਜਦੋਂ ਦਿਸਣਗੇ ਤਾਂ ਦਰਗਹਿ ਬੈਸਣ ਨਾ ਹੀ ਜਾਏ। ਕੁਦਰਤੀ ਤੌਰ 'ਤੇ ਉਹ ਕਹਿ ਦੇਣਗੇ ਵੀ ਤੂੰ ਇੱਥੇ ਨਾ ਬਵੀਂ, ਇੱਥੇ ਗੰਦਗੀ ਆ ਜਾਏਗੀ, ਅੰਦਰ ਨਹੀਂ ਆਉਣ ਦੇਣੀ, ਥਾਂ ਨਹੀਂ ਮਿਲਦੀ। ਤਾਂ ਹਜ਼ੂਰ ਨੇ ਕਿਹਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗੁਣ ਪਛੋਤਾਵਣਾ। ਇੱਕ ਹੋਰ ਬਚਨ ਕੀਤਾ ਕਿ ਪਰਲੋਕ ਵਿੱਚ ਦੇਹ ਦੇ ਛੁੱਟਣ ਤੋਂ ਬਾਅਦ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਬਿਨਾਂ ਹੋਰ ਉੱਥੇ ਕੁਝ ਨਹੀਂ ਪਹੁੰਚਦਾ। ਅੱਜ ਦੇ ਸਵਈਏ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਮਾਤੇ ਮਤੰਗ ਜਰੇ ਜਰ ਸੰਗ। ਮਾਤੇ, ਮਾਤੇ ਦਾ ਅਰਥ ਹੈ ਮਸਤੇ ਹੋਏ, ਮਤੰਗ ਦਾ ਭਾਵ ਹੈ ਹਾਥੀ। ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ, ਮੈਂ ਬਹੁਤ ਸਾਰੇ ਰਾਜਿਆਂ ਨੂੰ, ਬਾਦਸ਼ਾਹਾਂ ਨੂੰ, ਅਮੀਰ ਲੋਕਾਂ ਨੂੰ, ਭੂਪਤੀਆਂ ਨੂੰ ਵੇਖਿਆ ਜਿਨ੍ਹਾਂ ਦੇ ਕੋਲ ਅਸਵਾਰੀ ਕਰਨ ਵਾਸਤੇ ਮਸਤੇ ਹੋਏ ਹਾਥੀ ਨੇ। ਉਹਨਾਂ 'ਤੇ ਸਵਾਰੀਆਂ ਕਰਦੇ ਵੇਖੋ। ਹਾਥੀ ਕਲਗੀਆਂ ਵਾਲੇ ਨੇ ਖੁਦ ਵੀ ਰੱਖੇ ਸਨ। ਇੱਥੇ ਇਹਦੇ ਅਰਥ ਇਹ ਨਹੀਂ ਵੀ ਸਾਧਨ ਨਹੀਂ ਅਪਣਾਉਣੇ, ਚੜ੍ਹਨ ਦਾ ਵੀ ਇੱਕ ਨਸ਼ਾ ਹੈ, ਅਸਵਾਰੀ ਦਾ ਇੱਕ ਨਸ਼ਾ ਹੈ। ਉਸ ਨਸ਼ੇ ਦਾ ਉਲੇਖ, ਵਰਣਨ ਇਸ ਸਵਈਏ ਵਿੱਚ ਕੀਤਾ ਗਿਆ ਹੈ। ਸਵਾਰੀ ਦਾ ਨਸ਼ਾ ਹੈ। ਦਿਨ ਰਾਤ
ਸਵਾਰੀ ਦੇ ਆਧਾਰ ਤੇ ਜਿਉਣਾ। ਵੈਸੇ ਅੱਜ ਕੱਲ੍ਹ ਦਾ ਤੇ ਸਾਰਾ ਜਿਹੜਾ ਸਮਾਜ ਹੈ ਉਹ ਇਸ ਨਸ਼ੇ ਵਿੱਚ ਵੱਧ ਚੁੱਕਾ ਹੈ। ਵੀ ਤੁਸੀਂ ਕਿਤੇ ਜਾਓ ਤੇ ਇਹ ਇੱਕ ਨਿਯਮ ਬਣ ਚੁੱਕਾ ਹੈ ਵੀ ਜੇ ਤੁਹਾਡੇ ਕੋਲ ਗੱਡੀ ਛੋਟੀ ਹੈ ਨਾ, ਤਾਂ ਉਹ ਜਿਹੜੇ ਅਗਲੇ ਲੋਕ ਨੇ ਉਹ ਤੁਹਾਨੂੰ ਬਾਅਦ ਵਿੱਚ ਵੇਖਣਗੇ, ਪਹਿਲਾਂ ਤੁਹਾਡੀ ਗੱਡੀ ਵੱਲ ਵੇਖਣਗੇ ਵੀ ਇਹ ਕਿਹੜੀ ਗੱਡੀ ਵਿੱਚ ਆਏ ਨੇ। ਇਹ ਜਲਾਓ ਕਰਨਾ ਪੈਂਦਾ ਇੱਥੇ ਧਰਤੀ 'ਤੇ। ਔਰ ਇਹਦੇ ਤੋਂ ਇੰਨਾ ਸਮਾਜ ਪ੍ਰਭਾਵਿਤ ਹੋ ਗਿਆ ਵੀ ਜੇ ਕੋਈ ਮਨੁੱਖ ਇਹ ਨਾ ਵੀ ਚਾਹੇ, ਨਾ ਚਾਹੁੰਦਾ ਹੋਇਆ ਵੀ, ਉਹ ਇਹਨਾਂ ਚੀਜ਼ਾਂ ਤੋਂ ਬਚ ਨਹੀਂ ਰਿਹਾ, ਕਿਉਂਕਿ ਸਮਾਜ ਨੇ ਇਹਨੂੰ ਪ੍ਰਵਾਨ ਕੀਤਾ ਹੈ। ਪਰ ਸਤਿਗੁਰਾਂ ਨੇ ਬਚਨ ਕੀਤੇ, ਇਹ ਵੀ ਇੱਕ ਰਸ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ, ਬਾਬਾ ਹੋਰ ਚੜ੍ਹਨਾ ਖੁਸ਼ੀ ਖਵਾਰ, ਜਿਤ ਚੜ੍ਹੀਐ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਇੱਥੇ ਬਚਨ ਕੀਤੇ ਮਾਤੇ ਮਤੰਗ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਜਿਨ੍ਹਾਂ ਲੋਕਾਂ ਦੇ ਕੋਲ ਮਸਤੇ ਹੋਏ ਹਾਥੀ, ਭਾਵ ਬੜੇ ਤਾਕਤ ਵਾਲੇ। ਫਿਰ ਕਹਿੰਦੇ ਜਰੇ ਜਰ ਸੰਗ। ਪਹਿਲੇ ਜਰੇ ਦਾ ਅਰਥ ਹੈ ਜੜੇ ਹੋਏ ਨੇ। ਜਰ ਦਾ ਅਰਥ ਹੈ ਸੋਨਾ, ਸੰਗ ਦਾ ਅਰਥ ਹੈ ਸੋਨੇ ਦੇ ਨਾਲ। ਸੋਨੇ ਦੇ ਨਾਲ ਜੜੇ ਹੋਏ ਮੜੇ ਹੋਏ ਹਾਥੀ ਤੇ ਮਸਤੇ ਹੋਏ। ਫਿਰ ਕਹਿੰਦੇ ਅਨੂਪ ਉਤੰਗ। ਅਨੂਪ ਇੰਨੇ ਸੋਹਣੇ ਲੱਗਦੇ ਨੇ ਵੀ ਉਹਨਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ। ਉਤੰਗ, ਉਤੰਗ ਦਾ ਭਾਵ ਹੈ ਬੜੇ ਬੜੇ ਉੱਚੇ, ਉਹਨਾਂ ਦੇ ਕੱਦ ਬਹੁਤ ਉੱਚੇ ਨੇ। ਫਿਰ ਕਹਿੰਦੇ ਸੁਰੰਗ ਸਵਾਰੇ। ਸੁਰੰਗ ਦਾ ਅਰਥ ਹੈ ਵੀ ਉਹਨਾਂ ਹਾਥੀਆਂ ਦੇ ਉੱਤੇ ਕਈ ਰੰਗਾਂ ਦੇ ਵਸਤਰ ਪਾਏ ਹੋਏ ਨੇ, ਕਈ ਰੰਗਾਂ ਦੇ ਨਾਲ ਉਹਨਾਂ ਨੂੰ ਸਜਾਇਆ ਹੋਇਆ। ਇਸ ਤਰ੍ਹਾਂ ਕਹਿੰਦੇ ਸਾਹਿਬ, ਕਹਿੰਦੇ ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ। ਬੜੇ ਸਵਾਰੇ ਹੋਏ ਨੇ ਚੰਗੀ ਤਰ੍ਹਾਂ, ਵਸਤਰ ਸੋਨਾ ਮੜਿਆ ਹੋਇਆ। ਫਿਰ ਕਹਿੰਦੇ ਕੋਟ ਤੁਰੰਗ। ਤੁਰੰਗ ਕਹਿੰਦੇ ਨੇ ਘੋੜਿਆਂ ਨੂੰ। ਕਰੋੜਾਂ ਹੀ ਜਿਨ੍ਹਾਂ ਦੇ ਕੋਲ ਘੋੜੇ ਮੈਂ ਵੇਖੇ ਨੇ, ਤੇ ਘੋੜੇ ਵੀ ਆਮ ਨਹੀਂ, ਬਿਮਾਰ ਘੋੜੇ ਨਹੀਂ, ਕਮਜ਼ੋਰ ਨਹੀਂ। ਕਹਿੰਦੇ ਉਹਨਾਂ ਵਿੱਚ ਤਾਕਤ ਇੰਨੀ। ਕਹਿੰਦੇ ਕੁਰੰਗ ਸੇ ਕੂਦਤ। ਕੁਰੰਗ ਕਹਿੰਦੇ ਹਿਰਨਾਂ ਨੂੰ, ਮ੍ਰਿਗ ਨੂੰ। ਸੇ ਕੂਦਤ, ਕੂਦਤ ਦਾ ਅਰਥ ਹੈ ਕੁੱਦਣਾ, ਛਾਲਾਂ ਮਾਰਨੀਆਂ। ਜਿਹੜੇ ਘੋੜੇ ਹਿਰਨਾਂ ਵਾਂਗ ਕੁੱਦਦੇ ਨੇ, ਛਾਲਾਂ ਮਾਰਦੇ ਨੇ, ਉਹਨਾਂ ਦੇ ਕੋਲ ਹਨ। ਫਿਰ ਕਹਿੰਦੇ ਪੌਣ ਕੇ ਗੌਨ ਕੋ ਜਾਤ ਨਿਵਾਰੇ। ਪੌਣ, ਇਹਨੂੰ ਪੌਣ ਨਹੀਂ ਪੜ੍ਹਨਾ, ਨੰਨਾ ਹੈ। ਕਈ ਵਾਰੀ ਅਸੀਂ ਨਾਣਾ ਪੜ੍ਹ ਜਾਂਦੇ ਹਾਂ। ਪੌਣ ਕਹਿੰਦੇ ਹਵਾ ਨੂੰ। ਪੌਣ ਕੇ ਗੌਨ, ਗੌਣ ਦਾ ਅਰਥ ਹੈ ਵਗਣਾ, ਗਮਨ ਕਰਨਾ, ਤੁਰਨਾ। ਉਹ ਘੋੜੇ ਔਰ ਹਾਥੀ ਜਿਹੜੇ ਨੇ, ਉਹ ਘੋੜੇ ਇੰਨੀ ਤੇਜ਼ ਦੌੜਦੇ ਨੇ ਵੀ ਜੇ ਬੜਾ ਤੇਜ਼ 100 ਮੀਲ ਦੀ ਰਫ਼ਤਾਰ ਨਾਲ ਤੂਫਾਨ ਚੱਲਦਾ ਹੋਵੇ, ਉਹਨੂੰ ਵੀ ਪਿੱਛੇ ਛੱਡ ਜਾਂਦੇ, ਉਸ ਹਵਾ ਨੂੰ ਵੀ। ਯਾਨੀ ਕਿ ਉਹਨਾਂ ਦੀ ਸਪੀਡ ਬੜੀ ਤੇਜ਼ ਹੈ, ਇੰਨੀ ਤੇਜ਼ ਦੌੜਦੇ ਨੇ, ਬੜੀ ਬੜੀ ਸਪੀਡ ਵਾਲੇ ਨੇ। ਪੌਣ ਕੇ ਗੌਨ ਕੋ ਜਾਤ ਨਿਵਾਰੇ। ਜਾਤ ਦਾ ਅਰਥ ਹੈ ਜਾਂਦੇ ਹੋਏ, ਨਿਵਾਰੇ ਦਾ ਅਰਥ ਹੈ ਪਿੱਛੇ ਛੱਡ ਜਾਂਦੇ ਨੇ। ਫਿਰ ਕਹਿੰਦੇ ਭਾਰੀ ਭੁਜਾਨ ਕੇ ਭੂਪ। ਭਾਰੀ ਭੁਜਾਨ, ਭੁਜਾਨ ਕਹਿੰਦੇ ਭੁਜਾ, ਕਹਿੰਦੇ ਬਾਹਾਂ ਨੂੰ। ਐਸੇ ਰਾਜੇ ਜਿਨ੍ਹਾਂ ਕੋਲ ਮਸਤੇ ਹੋਏ ਹਾਥੀ, ਹਰਨਾਂ ਵਰਗੇ ਘੋੜੇ, ਹਵਾ ਨੂੰ ਪਿੱਛੇ ਛੱਡਣ ਵਾਲੇ ਨੇ। ਕਹਿੰਦੇ ਉਹਨਾਂ ਦੀਆਂ ਭੁਜਾਵਾਂ, ਉਹਨਾਂ ਦੀਆਂ ਬਾਹਾਂ ਵੀ ਬੜੀਆਂ ਤਕੜੀਆਂ ਨੇ, ਬਲ ਵਾਲੀਆਂ ਨੇ। ਭਲੀ ਬਿਧ, ਭਲੀ ਬਿਧ ਕਹਿੰਦੇ ਉਹਨਾਂ ਦਾ ਸਾਰਾ ਕੁਝ ਸਿਸਟਮ ਵਿੱਚ ਭਲੀ ਬਿਧ, ਬੜੀ ਸੋਹਣੇ ਤਰੀਕੇ ਨਾਲ ਉਹਨਾਂ ਨੇ ਆਪਣੀ ਫੌਜ ਸਵਾਰੀ ਹੋਈ ਹੈ। ਕਹਿੰਦੇ ਨਿਆਵਤ ਸੀਸ ਨਾ ਜਾਤ ਵਿਚਾਰੇ। ਉਹਨਾਂ ਦੇ ਅੱਗੇ ਆ ਕੇ ਸਵੇਰ ਤੋਂ ਸ਼ਾਮ ਤੱਕ ਕਿੰਨੇ ਕੁ ਲੋਕ ਆ ਕੇ ਸਿਰ ਝੁਕਾਉਂਦੇ ਨੇ, ਉਹਨਾਂ ਨੂੰ ਨਮਸਕਾਰ ਕਰਦੇ ਨੇ, ਰਾਜਿਆਂ ਨੂੰ, ਵੱਡੇ ਲੋਕਾਂ ਨੂੰ, ਭੂਪਤੀਆਂ ਨੂੰ।
ਕਹਿਣ ਲੱਗੇ ਨਿਆਵਤ ਸੀਸ ਨਾ ਜਾਤ ਵਿਚਾਰੇ। ਜੇ ਗਿਣਨ ਲੱਗੀਏ ਤੇ ਗਿਣੇ ਨਹੀਂ ਜਾਂਦੇ, ਕਿੰਨੇ ਕੁ ਲੋਕ ਉਹਨਾਂ ਅੱਗੇ ਝੁਕਦੇ ਨੇ ਰੋਜ਼। ਪਰ ਸਤਿਗੁਰੂ ਨੇ ਇੰਨਾ ਕੁਝ ਹੁੰਦਿਆਂ ਇੱਕ ਸੱਚ ਕਿਹਾ ਸੰਸਾਰ ਦਾ ਕਲਗੀਧਰ ਪਾਤਸ਼ਾਹ ਨੇ, ਕਹਿੰਦੇ ਏਤੇ ਭਏ ਤੋ ਕਹਾਂ ਭੈ ਭੂਪਤ। ਏਤੇ ਭਏ, ਜੇ ਇਸ ਤਰ੍ਹਾਂ ਦੇ ਹੋ ਗਏ ਜੋ ਕੁਝ ਉੱਤੇ ਕਿਹਾ ਗਿਆ, ਤੋ ਕਹਾਂ ਭਏ, ਇਹ ਤੋ ਸ਼ਬਦ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਸੋ ਕਹੋ, ਉੱਥੇ ਸੱਸੇ ਦੇ ਥੱਲੇ ਔਂਕੜ ਹੈ ਇੱਕ ਡੰਡਾ, ਇੱਥੇ ਤੱਤੇ ਦੇ ਥੱਲੇ ਇੱਕ, ਇਹਨੂੰ ਤੋ ਪੜ੍ਹਦੇ ਹਾਂ ਕਈ ਵਾਰੀ, ਪਰ ਇਹ ਤੋ ਨਹੀਂ ਹੈ। ਤੋ ਤਾਂ ਹੋਵੇਗਾ ਜੇ ਹੋੜਾ ਹੋਵੇਗਾ ਦੇ ਉੱਤੇ। ਇਸੇ ਤਰ੍ਹਾਂ ਆਪਾਂ ਅਣਜਾਣ ਪੁਣੇ ਵਿੱਚ ਮੰਗਲਾ ਚਰਨ ਵਾਲਾ ਜਿਹੜਾ ਸੋ ਕਹੋ, ਉਹ ਸੱਸੇ ਦੇ ਥੱਲੇ ਇੱਕ ਔਂਕੜ ਲੱਗਾ ਹੋਇਆ, ਤਾਂ ਉਹਨੂੰ ਸੋ ਨਹੀਂ ਪੜ੍ਹਨਾ। ਸੋ ਪੜ੍ਹਿਆ ਤਾਂ ਉਹਦੇ ਉੱਤੇ ਫਿਰ ਹੋੜਾ ਲੱਗ ਜਾਏਗਾ, ਉਹਦੇ ਥੱਲੇ ਔਂਕੜ ਹੈ, ਇਸ ਕਰਕੇ ਉਹਨੂੰ ਪੜ੍ਹਨਾ ਸੋ, ਥੋੜ੍ਹਾ ਜਿਹਾ ਟੱਚ ਕਰਕੇ। ਇਸੇ ਤਰ੍ਹਾਂ ਹੈ ਏਤੇ ਭਏ ਤੋ ਸ਼ਬਦ ਹੈ। ਸਾਹਿਬ ਕਹਿੰਦੇ ਏਤੇ ਭਏ ਤੋ ਕਹਾਂ ਭੈ ਭੂਪਤ। ਭੂਪਤ ਦਾ ਵੈਸੇ ਅਖਰੀ ਅਰਥ ਹੈ ਭੂਪਤੀ। ਭੂ ਦਾ ਅਰਥ ਹੈ ਜ਼ਮੀਨ, ਪਤੀ ਦਾ ਅਰਥ ਹੈ ਮਾਲਕ। ਇੰਨੇ ਵੱਡੇ ਰਾਜੇ ਵੀ ਪੈਦਾ ਹੋ ਗਏ, ਕਹਿੰਦੇ ਅੰਤ ਕੋ ਨਾਗੇ ਹੀ ਪਾਏ ਪਧਾਰੇ। ਜਿਨ੍ਹਾਂ ਦੇ ਕੋਲ ਇੰਨਾ ਕੁਝ ਸੀ, ਹਾਥੀ ਘੋੜੇ, ਕਹਿੰਦੇ ਮੈਂ ਵੇਖਿਆ ਵਾਪਸ ਮੁੜਦਿਆਂ ਨੂੰ ਪੈਰਾਂ ਵਿੱਚ ਜੋੜਾ ਵੀ ਨਹੀਂ ਸੀ, ਪੈਰ ਵੀ ਨੰਗੇ, ਸਭ ਕੁਝ, ਸਰੀਰ ਵੀ ਕਹਿੰਦੇ ਨਗਨ, ਪੱਤ ਵੀ ਕੋਈ ਨਹੀਂ ਰਹੀ। ਪਰ ਜਿਨ੍ਹਾਂ ਨੇ ਉਹਦੇ ਨਾਲ ਪ੍ਰੇਮ ਪਾਇਆ, ਉਹਨਾਂ ਵਾਸਤੇ ਬਚਨ ਕੀਤਾ, ਕਹਿੰਦੇ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੋ ਪਤ ਮੇਰੀ। ਉਹਨਾਂ ਨੂੰ ਉਹਨੇ ਢੱਕ ਲਿਆ, ਉਹਨਾਂ ਨੂੰ ਉਹਨੇ ਸਭ ਕੁਝ ਦੇ ਦਿੱਤਾ। ਸੋ ਆਓ ਐਸੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ 1-2 ਮਿੰਟ ਵਾਸਤੇ ਸਾਂਝ ਪਾਈਏ, ਫਿਰ ਅਰਦਾਸ ਹੋਵੇਗੀ। ਵਾਹਿਗੁਰੂ 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 ਵਾਹਿਗੁਰੂ।